ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬੈਠੇ ਗੁਰੂ ਜਾਏ ਇਕ ਥਾਏ। ਦੁੰਬੇ ਤਹ ਅਯਾਦ ਚਰਾਏ। ਸੋ ਆਇਓ ਸ੍ਰੀ ਨਾਨਕ ਪਾਸਾ। ਠਾਂਡੋ ਨਿਕਟ ਕੀਨ ਅਰਦਾਸਾ। ਬੈਠੇ ਗੁਰੂ ਜਾਏ ਇਕ ਥਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਪ੍ਰਤੱਖ ਹਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰ ਕੇ ਲਾਹਾ ਲੈ ਰਹੇ ਹੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰਮੇਸ਼ਰ ਰੂਪ ਸਤਿਗੁਰਾਂ ਦੇ ਦਰਸ਼ਨ ਕਰਕੇ ਬਾਣੀ ਪੜ੍ਹ ਸੁਣ ਕੇ ਆਪ ਸੰਗਤਾਂ ਨੇ ਲਾਹਾ ਲਿਆ ਹੈ। ਸਤਿਗੁਰੂ ਜੀ ਦੇ ਸੁੰਦਰ ਦਰਬਾਰ ਦੀਵਾਨ ਅੰਦਰ ਨਿਤਨੇਮ ਨਾਲ ਹੀ ਤੁਰਕੀ ਬਾਣੀ ਦੇ ਜਾਪ ਅੰਮ੍ਰਿਤ ਵੇਲੇ ਸੰਧਿਆ ਸਮੇਂ ਹੁੰਦੇ ਹੈ। ਉਸ ਤੋਂ ਉਪਰੰਤ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਹੁਕਮਨਾਮਿਆਂ ਨੂੰ ਸਰਵਣ ਕਰਕੇ ਗੁਰੂ ਜੀ ਦੀ ਕਿਰਪਾ ਸਦਕਾ ਜੋ ਆਪਾਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਹੈ ਉਸ ਨੂੰ ਪੜ੍ਹ ਸੁਣ ਰਹੇ ਹਾਂ ਮਿਲ ਜੁਲ ਕੇ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਭਲੇ ਵਾਸਤੇ ਕਿ ਜਿੱਥੇ ਕਿਸੇ ਨੂੰ ਕੋਈ ਕਮੀ ਹੁੰਦੀ ਸੀ ਉੱਥੇ ਜਾ ਕੇ ਉਹ ਕਮੀ ਵੀ ਪੂਰੀ ਕਰਦੇ ਅਤੇ ਨਾਲ ਹੀ ਜੋ ਇਸ ਮਨੁੱਖਾ ਜਨਮ ਦਾ ਸੱਚਮੁੱਚ ਦਾ ਸੱਚਾ ਲਾਹਾ ਹੈ ਉਹ ਸੱਚਾ ਨਾਮ ਵਾਹਿਗੁਰੂ ਵਾਹਿਗੁਰੂ ਵਿੱਚ ਦ੍ਰਿੜਾਉਂਦੇ। ਨਾਮ ਦ੍ਰਿੜਾ ਕੇ ਸਤ ਸੰਗਤ ਦੀ ਸਿੱਖਿਆ ਦੇ ਕੇ ਧਰਮ ਦੀ
ਕਿਰਤ ਕਰਨ ਦੀ ਸਿੱਖਿਆ ਦੇ ਕੇ ਵੀ ਅੰਮ੍ਰਿਤ ਵੇਲੇ ਨਾਮ ਜਪਣਾ ਹੈ, ਧਰਮ ਦੀ ਕਿਰਤ ਕਰਕੇ ਦਾਨ ਪੁੰਨ ਕਰਨਾ ਹੈ, ਫਿਰ ਵੰਡ ਕੇ ਛਕਣਾ ਹੈ। ਇਹ ਸਿੱਖਿਆ ਗੁਰੂ ਮਹਾਰਾਜ ਜੀ ਸਾਰੇ ਥਾਂ ਜਾ ਰਹੇ ਸੀ, ਕਰ ਰਹੇ ਸਨ। ਇਹ ਸਿੱਖਿਆ ਦੇ ਕੇ ਨਿਹਾਲ ਕਰ ਰਹੇ ਸੀ ਮਹਾਰਾਜ। ਚਲਦਿਆਂ ਚਲਦਿਆਂ ਇੱਕ ਨਗਰ ਆਇਆ, ਗ੍ਰਾਮ, ਜਿੱਥੋਂ ਤੇ ਸਾਧ ਸੰਗਤ ਜੀ ਇੱਕ ਤਰਖਾਣ ਸਿੱਖ ਸੀ, ਗਰੀਬ, ਜੋ ਗਰੀਬ ਤਰਖਾਣ ਸਿੱਖ ਬਹੁਤ ਹੀ ਪ੍ਰੇਮਾ ਭਗਤੀ ਵਾਲਾ, ਜਿਹਦੇ ਮਨ ਨੂੰ ਆ ਸਾਧੂ ਸੰਤਾਂ ਦੀ ਸੇਵਾ ਕਰਨੀ ਚੰਗੀ ਲੱਗਦੀ ਸੀ। ਆਏ ਗਏ ਸੰਤਾਂ ਦੀ ਬਹੁਤ ਟਹਿਲ ਸੇਵਾ ਕਰਦਾ ਏ। ਗੁਰੂ ਮਹਾਰਾਜ ਦੇ ਘਰ ਵਿੱਚ ਚਰਨ ਪਾਉਣ ਲਈ ਆਪ ਹੀ ਚਲੇ ਗਏ ਸਨ। ਜਦੋਂ ਗਏ ਸਤਿਗੁਰੂ ਨੇ ਬੜੀ ਸੇਵਾ ਕੀਤੀ। ਰਾਤ ਹੋ ਗਈ ਜਦੋਂ, ਫਿਰ ਰਾਤ ਵੇਲੇ ਸਤਿਗੁਰਾਂ ਦੀ ਮੁੱਠੀ ਛਾਪੀ, ਸੋਹਣਾ ਬਿਸਤਰਾ ਵਿਛਾ ਕੇ ਦਿੱਤਾ ਹੈ। ਕਿਸੇ ਵੀ ਸੇਵਾ ਵਿੱਚ ਕਮੀ ਨਹੀਂ ਰਹਿਣ ਦਿੱਤੀ। ਸਵੇਰ ਵੇਲੇ ਜਦੋਂ ਮਹਾਰਾਜ ਚੱਲਣ ਲਈ ਤਿਆਰ ਹੋਏ, ਆਪਣੇ ਹੱਥ ਵਿੱਚ ਇੱਕ ਉਹ ਸਲੋਤਰ ਜਿਹਾ ਫੜ ਲਿਆ ਹੈ, ਮੋਟਾ ਸਾਰਾ। ਇਹਦੀ ਗਰੀਬ ਦੀ ਸਾਰੀ ਝੌਂਪੜੀ ਭੰਨ ਸੁੱਟੀ ਹੈ। ਫਿਰ ਜਿਸ ਪਲੰਘ ਨੂੰ ਦਿੱਤਾ ਸੀ ਸੌਣ ਵਾਸਤੇ, ਉਹ ਪਲੰਘ ਭੰਨ ਦਿੱਤਾ ਹੈ। ਘਰ ਵਿੱਚ ਜੋ ਭਾਂਡਾ ਟੀਂਡਾ ਪਿਆ, ਮਿੱਟੀ ਦੇ ਬਣੇ ਹੋਏ ਭਾਂਡੇ, ਉਹ ਵੀ ਸਾਰੇ ਸੋਟੇ ਮਾਰ ਮਾਰ ਕੇ ਭੰਨ ਦਿੱਤੇ। ਪਰ ਸਿੱਖ ਧਨ ਸੀ, ਜਿਹਨੇ ਆਪਣਾ ਮਨ ਇਹ ਸਥਿਤ ਕਰਕੇ ਰੱਖਿਆ। ਕਿਤੇ ਮਨ 'ਚ ਭੋਰਾ ਮਾਤਰ ਵੀ ਇਹ ਗੱਲ ਨਹੀਂ ਲੈਂਦੀ ਵੀ ਵੇਖ ਲਓ, ਨਾਲੇ ਸੇਵਾ ਕੀਤੀ ਹੈ, ਨਾਲੇ ਆਪਣੇ ਘਰ ਦਾ ਸਤਿਆਨਾਸ਼ ਕਰਵਾ ਲਿਆ ਵੀ ਸੇਵਾ ਕਾਹਦੀ ਕੀਤੀ, ਇਹਨੂੰ ਚੰਗੀ ਦੇ ਨਾ ਹੀ ਕਰਦੇ। ਮਨ ਇਸ ਸਥਿਤ ਰੱਖਿਆ ਹੈ, ਜਿਸ ਕਰਕੇ ਭਾਈ ਗੁਰਦਾਸ ਜੀ ਲਿਖਦੇ ਹੈ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਜੇ ਗੁਰੂ ਇਹੋ ਜਿਹਾ ਸਵਾਂਗ ਵਰਤਾਏ ਨਾ, ਚੋਜ ਕਰੇ, ਤੇ ਗੁਰੂ ਕਾ ਸਿੱਖ ਕਰੀ ਸਿਦਕ ਨਾ ਹਾਰੇ। ਕਿਉਂਕਿ ਗੁਰੂ ਕੀ ਕਰ ਰਹੇ ਹੈ, ਗੁਰੂ ਦੀ ਮੌਜ ਹੈ, ਉਹਦੇ ਵਿੱਚ ਕੀ ਭਲਾ ਹੈ। ਤੇ ਇਹ ਸਿੱਖ ਨੇ ਸਿਦਕ ਨਹੀਂ ਹਾਰਿਆ। ਜਦੋਂ ਮਹਾਰਾਜ ਜੀ ਚੱਲੇ ਹੈ, ਵਿਦਾਇਗੀ ਦੇਣ ਵਾਸਤੇ ਨਾਲ ਹੀ ਗਿਆ। ਕਹਿੰਦਾ ਚਲੋ ਮਹਾਰਾਜ, ਤੁਹਾਨੂੰ ਮੈਂ ਥੋੜ੍ਹਾ ਗਾਂਹ ਹੀ ਕਰ ਆਵਾਂ। ਘਰ ਵਿੱਚ ਖਿਲਾਰਾ ਪਿਆ ਹੈ, ਝੌਂਪੜੀ ਟੁੱਟੀ ਹੈ, ਭਾਂਡੇ ਟੁੱਟ ਗਏ ਹੈ, ਬਿਸਤਰੇ ਵਾਲਾ ਪਲੰਘ ਕੋਈ ਬਚਿਆ ਨਹੀਂ ਹੈ। ਫਿਰ ਵੀ ਕਹਿੰਦਾ ਮਹਾਰਾਜ ਚਲੋ ਤੁਹਾਨੂੰ ਮੈਂ ਵਿਦਾ ਹੀ ਕਰ ਆਵਾਂ, ਮੇਰੇ ਭਾਗ ਚੰਗੇ ਸਤ ਬਚਨ। ਇਉਂ ਕਹਿ ਕੇ ਜਦੋਂ ਛੱਡਣ ਗਿਆ ਹੈ, ਭਾਈ ਮਰਦਾਨਾ ਜੀ ਨੇ ਗੁਪਤ ਰੂਪ ਵਿੱਚ ਹੀ ਕਿਹਾ, ਮਹਾਰਾਜ ਇਹ ਸਿੱਖ ਨੇ ਤਾਂ ਬੜੀ ਭਲਾਈ ਕੀਤੀ, ਚੰਗਿਆਈ ਕੀਤੀ ਸਾਨੂੰ ਥਾਂ ਦੇ ਕੇ, ਪਰ ਤੁਸਾਂ ਨੇ ਕੀ ਭਲਾਈ ਕੀਤੀ ਆ, ਕੀ ਚੰਗਿਆਈ ਕੀਤੀ। ਵਿਚਾਰੇ ਦਾ ਘਰ ਵੀ ਢਾਹ ਮਾਰਿਆ, ਉਹਨੂੰ ਘਰ ਤੋਂ ਬਿਨਾਂ ਹੀ ਕਰ ਦਿੱਤਾ ਤੁਸੀਂ। ਤੇ ਮਹਾਰਾਜ ਕਹਿੰਦੇ ਮਰਦਾਨਿਆ ਸਾਨੂੰ ਇਹ ਸੇਵਾ ਭਾ ਗਈ ਆ, ਇਹਨੂੰ ਫਲ ਦਿੱਤਾ ਇਹ ਢਾਹ ਕੇ। ਇਹ ਕੁਝ ਕਹਿ ਕੇ ਤੇ ਸਿੱਖ ਨੂੰ ਵੀ ਪਿਛਾਂਹ ਮੋੜ ਦਿੱਤਾ ਵੀ ਭਾਈ ਤੂੰ ਚਲਿਆ ਜਾ ਹੁਣ ਘਰ ਆਪਣੇ, ਅਸੀਂ ਚਲੇ ਜਾਣਾ ਹੈ। ਗੁਰੂ ਸਾਹਿਬ ਜੀ ਚਲੇ ਗਏ। ਇਹ ਸਿੱਖ ਕੋਈ ਫੁਰਨਾ ਨਹੀਂ ਹੈ ਵੀ ਮੇਰਾ ਘਰ ਟੱਠਾ ਹੈ, ਵਾਹਿਗੁਰੂ ਵਾਹਿਗੁਰੂ ਕਰਦਾ ਵਾਪਸ ਆਇਆ। ਜਦੋਂ ਵਾਪਸ ਆ ਕੇ ਦੇਖਿਆ ਤੇ ਬੜੇ ਸੋਹਣੇ ਮਕਾਨ ਬਣੇ ਹੋਏ, ਜਿਨ੍ਹਾਂ ਵਿੱਚ ਸੋਹਣੇ ਬਰਤਨ ਹੈ ਤੇ ਪੈਸਿਆਂ ਨਾਲ ਹੀ ਭਰੇ ਪਏ ਬਰਤਨ, ਕੱਪੜੇ ਦੇ ਥਾਨ ਪਏ ਹੈ, ਪਲੰਘ ਸੋਹਣੇ ਡੱਠੇ ਪਏ। ਇਹ ਲੀਲਾ ਵੇਖ ਕੇ ਤੇ ਬੜਾ ਹੈਰਾਨ ਹੋਇਆ। ਕਹਿੰਦਾ ਮਨਾ ਤੇਰੇ ਘਰ ਤੇ ਰੱਬ ਹੀ ਆਇਆ ਹੋਇਆ ਸੀ, ਤੂੰ ਸਾਧੂ ਭੇਖ ਵੇਖ ਕੇ ਪਹਿਚਾਨ ਨਹੀਂ ਸਕਿਆ। ਸੇਵਾ 'ਚ ਕਮੀ ਰਹਿ ਗਈ ਹੈ ਤੇਰੇ, ਕਮੀ ਸੇਵਾ 'ਚ ਰਹੀ ਕੋਈ ਨਹੀਂ। ਫਿਰ ਵੀ ਮਨ 'ਚ ਇਹ ਗੱਲ ਹੈ, ਇਹ ਪ੍ਰੇਮ ਦੀ ਅਵਸਥਾ ਹੈ ਸਾਧ ਸੰਗਤ ਜੀ। ਜਿੱਥੇ ਪ੍ਰੇਮ ਹੈ
ਉੱਥੇ ਕਦੀ ਨਫ਼ਰਤ ਨਹੀਂ ਹੈ, ਜਿੱਥੇ ਨਫ਼ਰਤ ਹੈ ਉੱਥੇ ਕਦੀ ਪ੍ਰੇਮ ਨਹੀਂ ਹੁੰਦਾ। ਇਵੇਂ ਗੁਰੂ ਕਾ ਸਿੱਖ ਨੇ ਗੁਰੂ ਮਹਾਰਾਜ ਦੀ ਖੁਸ਼ੀਆਂ ਲਈਆਂ। ਉੱਥੋਂ ਚੱਲ ਕੇ ਮਹਾਰਾਜ ਭੂਟਾਨ ਦੇ ਇਲਾਕੇ ਵਿੱਚ ਗਏ, ਦੇਸ਼ ਵਿੱਚ। ਇੱਥੋਂ ਦਾ ਰਾਜਾ ਜੋ ਬੜਾ ਗਲਤ ਕੰਮਾਂ ਵਿੱਚ ਪਿਆ ਹੋਇਆ ਸੀ, ਕਾਮੀ ਵਿਸ਼ਈ ਸੀ, ਜੋ ਪਰ ਇਸਤਰੀ ਗਮਨ ਕਰਦਾ ਸੀ, ਉਸ ਨੂੰ ਸਿੱਧੇ ਰਾਹ ਪਾਉਣ ਵਾਸਤੇ ਮਹਾਰਾਜ ਗਏ। ਉਹਦੇ ਨਾਲ ਮੇਲ ਮਿਲਾਪ ਕਰਕੇ ਉਹਨੂੰ ਸਿੱਧੇ ਰਾਹ ਪਾਇਆ, ਉਹਦੇ ਪਾਪ ਜਰਨਾਏ ਦਿਖਾਏ। ਇਹ ਸ਼ਰਣੀ ਪੈ ਕੇ ਮਹਾਰਾਜ ਜੀ ਨੇ, ਤੇ ਰਾਜਾ ਵੀ ਨਿਹਾਲ ਹੋਇਆ, ਸਿੱਖ ਬਣਿਆ। ਇੱਥੋਂ ਦੇ ਲੋਕ ਵੀ ਸਿੱਖ ਬਣੇ। ਫਿਰ ਇੱਥੋਂ ਨਿਹਾਲ ਕਰਕੇ ਗੁਰੂ ਸਾਹਿਬ ਜੀ ਜਿਵੇਂ ਅਗਲੇ ਇਲਾਕੇ ਵਿੱਚ ਗਏ, ਜਿੱਥੇ ਅੰਨ ਕੋਈ ਹੁੰਦਾ ਨਹੀਂ ਸੀ, ਅੱਗ ਵੀ ਨਹੀਂ ਸੀ, ਸਾਰੇ ਲੋਕ ਮਾਸ ਹੀ ਇੱਥੋਂ ਦੇ ਖਾਂਦੇ ਸਨ। ਉਹ ਪੱਥਰ 'ਤੇ ਰੱਖ ਕੇ ਮਾਸ ਉੱਪਰ ਪੱਥਰ ਰੱਖ ਦੇਣਾ, ਸੂਰਜ ਦਾ ਮੰਤਰ ਦਾ ਜਾਪ ਕਰਦੇ ਸਵਾ ਪੈਰ ਪੌਣੇ 4 ਘੰਟੇ। ਫਿਰ ਉਹ ਮਾਸ ਗਰਮ ਹੋ ਜਾਂਦਾ ਸੀ, ਉਹਨੂੰ ਖਾਂਦੇ ਸਨ। ਇੱਥੋਂ ਦੇ ਲੋਕਾਂ ਦੀ ਇਹ ਰੀਤੀ ਸੀ, ਇਹ ਰਿਵਾਜ ਸੀ। ਆਏ ਗਏ ਸੰਤਾਂ ਦੀ ਬੜੀ ਸੇਵਾ ਕਰਦੇ। ਜਿਹੜਾ ਵੀ ਕਿਸੇ ਸੰਤ ਆਉਂਦੇ ਨੂੰ ਵੇਖ ਲੈਂਦਾ ਤੇ ਉਸੇ ਸੰਤ ਨੂੰ ਹੀ ਇਹ ਜਿਹੜਾ ਵੇਂਦਾ ਉਹੀਓ ਛਕਾਉਂਦਾ ਸੀ। ਭਾਵ ਵੀ ਜਿਹਨੇ ਵੇਖ ਲਿਆ ਉਹੀਓ ਸੇਵਾ ਕਰਿਆ ਕਰਦਾ। ਜਿਸ ਕਰਕੇ ਮਹਾਰਾਜ ਜੀ ਨੂੰ ਇੱਕ ਉੱਥੋਂ ਦੇ ਇਲਾਕੇ ਦੇ ਮਨੁੱਖ ਨੇ ਦੇਖਿਆ। ਫਿਰ ਗੁਰੂ ਮਹਾਰਾਜ ਜੀ ਨੇ ਜਿਵੇਂ ਉਹਨੂੰ ਸਿੱਖਿਆ ਦੇਣ ਲਈ ਕੌਤਕ ਕੀਤਾ, ਉਹ ਪ੍ਰਸੰਗ ਅੱਜ ਆ ਰਹੇ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬੈਠੇ ਗੁਰੂ ਜਾਏ ਇੱਕ ਥਾਏ। ਐਸੇ ਇਲਾਕੇ ਵਿੱਚ ਜਾ ਕੇ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਇੱਕ ਸੋਹਣੀ ਜੀ ਥਾਂ ਵੇਖ ਕੇ ਜਾ ਬੈਠੇ ਹੈ। ਉੱਥੇ ਇੱਕ ਅਯਾਲੀ ਜਿਹੜਾ ਦੁੰਬਿਆਂ ਦਾ ਚਰਾਵਾ, ਇਹ ਦੁੰਬੇ ਮੀਢੇ ਨੂੰ ਕਹੀਦਾ ਹੈ। ਜਿਵੇਂ ਭੇਡੂ ਹੁੰਦਾ ਤੇ ਉਹ ਮੀਢੇ ਨੂੰ ਕਹੀਦਾ ਹੈ ਦੁੰਬਾ। ਇਹ ਦੁੰਬਿਆਂ ਦਾ ਚਰਾਵਾ, ਉੱਥੇ ਦੁੰਬਿਆਂ ਨੂੰ ਚਰਾਉਂਦਾ ਸੀ। ਸੋ ਆਇਓ ਸ੍ਰੀ ਨਾਨਕ ਪਾਸਾ। ਤੇ ਉਹ ਅਯਾਲੀ ਸਤਿਗੁਰਾਂ ਨੂੰ ਵੇਖ ਕੇ ਗੁਰੂ ਸਾਹਿਬ ਜੀ ਦੇ ਕੋਲ ਆ ਗਿਆ। ਠਾਂਡੋ ਨਿਕਟ ਕੀਨ ਅਰਦਾਸਾ। ਮਹਾਰਾਜ ਜੀ ਦੇ ਕੋਲ ਆ ਕੇ ਖੜਾ ਹੋ ਗਿਆ ਤੇ ਦੋਵੇਂ ਹੱਥ ਜੋੜ ਕੇ ਅਰਦਾਸ ਬੇਨਤੀ ਕੀਤੀ। ਮਾਰੋ ਦੁੰਬਾ ਭੋਜਨ ਕਰੀਐ। ਕਹਿਣ ਲੱਗਾ, ਏ ਸੰਤ ਜੀ ਮਹਾਂਪੁਰਸ਼ੋ, ਆ ਦੁੰਬਾ ਮਾਰੋ ਤੇ ਭੋਜਨ ਛਕਣਾ ਕਰੀਏ ਜੀ। ਸ਼ਮ ਮਾਰਗ ਕੋ ਸਭ ਪਰ ਹਰੀਐ। ਰਸਤੇ ਵਿੱਚ ਜਿਹੜੀ ਥਕਾਵਟ ਹੋਈ ਆ ਉਹ ਭੋਜਨ ਛਕ ਕੇ ਸਾਰੀ ਦੂਰ ਕਰੀਏ, ਨਾਸ ਕਰੀਏ ਮਹਾਰਾਜ। ਜੇ ਤੁਮ ਖਾਹੋ ਨਾ ਮੋਰ ਉਚਾਰੇ। ਜੇ ਮਹਾਰਾਜ ਜੀ ਤੁਸੀਂ ਮੇਰੇ ਕਹਿਆ ਹੋਇਆ ਨਹੀਂ ਨਾ ਖਾਓਗੇ ਦੁੰਬਾ ਮਾਰ ਕੇ। ਮੇਰੋ ਖਾਵਤ ਮੋਕੋ ਮਾਰੇ। ਇਹ ਜਿਹੜੇ ਮੇਰੇ ਖਾਵੰਦ ਕਹੀਏ ਜਿਹੜੇ ਮਾਲਕ ਹੈ, ਜਿਨ੍ਹਾਂ ਦੇ ਮੈਂ ਦੁੰਬਿਆਂ ਦੇ ਚਰਾਵਾਂ ਹਾਂ, ਚਰਾਉਂਦਾ ਹਾਂ, ਉਹ ਮਾਲਕ ਮੈਨੂੰ ਮਾਰੇਗਾ, ਕੁੱਟੇਗਾ। ਦੇਸ਼ ਰੀਤ ਹਮਾਰੇ ਹੈ ਇਹੀ। ਕਿਉਂਕਿ ਮਹਾਰਾਜ ਜੀ ਸਾਡੇ ਇਲਾਕੇ ਵਿੱਚ ਇਹੀਓ ਰੀਤੀ ਮਰਿਆਦਾ ਹੈ। ਜੋ ਦੇਖੈ ਸੋ ਭੋਜਨ ਦੇਹੀ। ਵੀ ਜਿਹੜਾ ਵੀ ਕਿਸੇ ਆਏ ਗਏ ਸੰਤਾਂ ਨੂੰ ਵੇਖੇ
ਤੇ ਉਹਨੂੰ ਹੀ ਉਹ ਭੋਜਨ ਦੇਵੇ। ਜੇ ਨਾ ਦੇਹ ਤੇ ਡੰਡ ਲਗਾਵੈ। ਤੇ ਜਿਹੜਾ ਵੀ ਜੇ ਮਹਾਰਾਜ ਉਹ ਪੁਰਸ਼ ਨਾ ਨਾ ਕਿਸੇ ਨੂੰ ਦੇਵੇ ਭੋਜਨ, ਆਏ ਗਏ ਸੰਤ ਨੂੰ ਨਾ ਕੁਝ ਖਵਾਵੇ, ਤੇ ਉਹਨੂੰ ਰਾਜਾ ਡੰਡ ਲਾਉਂਦਾ, ਸਜ਼ਾ ਦਿੰਦਾ ਹੈ। ਮਿਲ ਨਰ ਤਾਕੋ ਬਹੁਤ ਲਜਾਵੈ। ਤੇ ਜਿਹੜੇ ਲੋਕ ਹੈ ਉਹ ਵੀ ਮਿਲ ਕਰਕੇ ਇਹਨੂੰ ਬਹੁਤ ਸ਼ਰਮਸ਼ਾਰ ਕਰਦੇ ਹੈ, ਕਹਿੰਦੇ ਵੀ ਤੂੰ ਆਏ ਸੰਤ ਨੂੰ ਕੁਝ ਪੁੱਛਿਆ ਕਿਉਂ ਨਹੀਂ, ਖਵਾਇਆ ਕਿਉਂ ਨਹੀਂ, ਮੂਰਖਾ। ਦੋਹਰਾ ਅੰਨ ਅਗਨ ਇਹ ਠਾ ਨਹੀਂ। ਕਿਉਂਕਿ ਜਿਹੜਾ ਕੋਈ ਅੰਨ ਅਨਾਜ ਹੈ ਤੇ ਅੱਗ ਹੈ, ਉਹ ਤੇ ਮਹਾਰਾਜ ਇਸ ਥਾਂ ਹੈ ਨਹੀਂ ਹੈ। ਨਾਹੇ ਉਡੀਕੋ ਤਾਹੇ। ਇਸ ਕਰਕੇ ਤੁਸੀਂ ਨਾ ਉਹ ਅੰਨ ਭੋਜਨ ਜਾਂ ਡੀਕੋ ਵੀ ਕੋਈ ਪਕਾ ਕੇ ਲਿਆਏਗਾ ਸੋਹਣਾ ਅੰਨ, ਉਹ ਨਾ ਤੁਸੀਂ ਉਡੀਕੋ। ਗੁਰੂ ਆਵਾਜ਼ ਬੰਦ ਕਰ ਕਹਿ ਦਿਓ। ਦੁੰਬਾ ਕਹੋ ਦਿਓ। ਗੁਰੂ ਕਹਿ ਦੁੰਬਾ ਕਹੋ। ਗੁਰੂ ਮਹਾਰਾਜ ਕਹਿਣ ਲੱਗੇ ਵੀ ਅਯਾਲੀਆ, ਆ ਜਿਹੜਾ ਦੁੰਬਾ ਤੂੰ ਆਪੇ ਹੀ ਮਾਰ ਕੇ ਦਿਓ ਪਕਾਏ ਤਾ ਖਾਹੇ। ਇਸ ਨੂੰ ਮਾਰ ਕੇ ਦਾ ਮਾਸ ਪਕਾ ਕੇ ਸਾਨੂੰ ਦੇ ਦੇ, ਤੇ ਅਸੀਂ ਖਾ ਲਵਾਂਗੇ, ਛਕ ਲਵਾਂਗੇ। ਜੋ ਪਈ ਮਾਰ ਦੁੰਬਾ ਤਨ ਮਾਸ ਬਣਾਇਓ। ਉਸ ਨੇ ਉਸੇ ਵੇਲੇ ਦੁੰਬੇ ਨੂੰ ਮਾਰ ਕੇ ਤੇ ਜਿਹੜਾ ਮਾਸ ਬਣਾਇਆ ਬੜਾ ਸੋਹਣਾ। ਜਾਪ ਪਾਨ ਕਰ ਤਬ ਹੈ ਪਕਾਇਓ। ਤੇ ਸੂਰਜ ਦਾ ਜਾਪ ਕਰਕੇ ਮੰਤਰ ਦਾ ਤੇ ਜਿਹੜਾ ਇਹ ਮਾਸ ਪਕਾਇਆ ਹੈ। ਕਰ ਤਿਆਰ ਧਰ ਦੀਨ ਅਗਾਰੀ। ਫਿਰ ਤਿਆਰ ਕਰਕੇ ਮਾਸ ਪਕਾ ਕੇ ਚੰਗੀ ਤਰ੍ਹਾਂ ਗੁਰੂ ਸਾਹਿਬ ਜੀ ਦੇ ਅੱਗੇ ਲਿਆ ਰੱਖਿਆ, ਸੰਤ ਜੀ ਛਕੋ। ਦੇਖ ਗੁਰੂ ਤਬ ਗਿਰਾ ਉਚਾਰੀ। ਇਹ ਮਾਸ ਨੂੰ ਦੇਖ ਕੇ ਮਹਾਰਾਜ ਜੀ ਨੇ ਬਚਨ ਕਿਹਾ, ਇਸ ਕੀ ਅਸਤ ਖਾਲ ਹੈ ਜੋ। ਗੁਰੂ ਮਹਾਰਾਜ ਕਹਿੰਦੇ ਵੀ ਹੈ ਭਾਈ, ਇਹ ਜਿਹੜੇ ਦੁੰਬਾ ਤੂੰ ਮਾਰਿਆ ਹੈ ਨਾ, ਇਹਦੇ ਜਿਹੜੇ ਹੱਡੀਆਂ ਤੇ ਖੱਲ ਹੈ ਜਿਹੜੀ, ਇਕੱਠੀ ਕਰ ਟਿਕ ਆਨਹਸੋ। ਉਹਨੂੰ ਇਕੱਠੀ ਕਰਕੇ ਤੇ ਸਾਡੇ ਕੋਲ ਹੀ ਲਿਆਇਆ, ਇਹਦੀ ਖੱਲ ਤੇ ਹੱਡੀਆਂ। ਆਏ ਸਮਾਨ ਅਸਤ ਚੁਨ ਸਾਰੇ। ਇਸ ਤਰ੍ਹਾਂ ਇਹ ਆਗਿਆ ਮੰਨ ਕੇ ਅਯਾਲੀ ਜਿਹੜਾ ਦੁੰਬਿਆਂ ਨੂੰ ਚਰਾਵਾ ਸੀ, ਇਹ ਦੁੰਬਿਆਂ ਨੂੰ ਚਰਾਉਣ ਵਾਲਾ ਹੱਡੀਆਂ ਤੇ ਖੱਲ ਜੀਆਂ ਲੈ ਆਇਆ ਪਾਸ। ਪਾਏ ਚਰਮ ਮਹਿ ਧਰੇ ਅਗਾਰੇ। ਤੇ ਉਹ ਹੱਡੀਆਂ ਦੀ ਚੰਮ ਵਿੱਚ ਪਾ ਕੇ ਇਕੱਠਾ ਜਿਹਾ ਕਰਕੇ ਚੰਮ ਤੇ ਸਤਿਗੁਰੂ ਜੀ ਅੱਗੇ ਲਿਆ ਰੱਖਿਆ ਇਸ ਨੇ। ਇਹ ਬਿਲੋਕ ਬੋਲੇ ਜਗ ਸਾਈ। ਉਸ ਦੁੰਬੇ ਦੀ ਖੱਲ ਨੂੰ ਹੱਡੀਆਂ ਲਪੇਟੀਆਂ ਹੋਈਆਂ ਨੂੰ ਵੇਖ ਕੇ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਬੋਲੇ, ਉਠ ਦੁੰਬੇ ਚਰੀਏ ਹਰ ਆਈ। ਮਹਾਰਾਜ ਕਹਿਣ ਲੱਗੇ ਵੀ ਦੁੰਬੇ ਉੱਠ, ਹਰੀ ਹਰੀ ਘਾਹ ਚਰ। ਭਜਨ ਕਰੇ ਜੀਵਿਓ ਤਤਕਾਲਾ। ਜਦੋਂ ਹੀ ਸਤਿਗੁਰਾਂ ਨੇ ਬਚਨ ਕੀਤਾ, ਉਸੇ ਵੇਲੇ ਉੱਠ ਕੇ ਬਹਿ ਗਿਆ, ਸਤਿਗੁਰ ਮੇਰਾ ਮਾਰ ਜੀ ਵੱਲ ਹੈ। ਦੇਖਤ ਭਇਓ ਹੈਰਾਨ ਅਯਾਲਾ। ਇਹ ਜਿਹੜਾ ਅਯਾਲੀ ਸੀ ਚਰਾਵਾ, ਦੁੰਬੇ ਨੂੰ ਉੱਠਿਆ ਦੇਖ ਕੇ ਬੜਾ ਹੈਰਾਨ ਹੋਇਆ ਵੀ ਹੁਣੇ ਮਾਰਿਆ ਸੀ ਇਹਨੂੰ, ਇਹ ਤੇ ਫੇਰ ਦਗੜ ਦਗੜ ਕਰਕੇ ਨੱਠਦਾ ਫਿਰਦਾ ਹੈ। ਕਲਾਵਾਨ ਜਬ ਮਨ ਨਾ ਚੀਨਾ। ਜਦੋਂ ਇਹਨੇ ਮਨ ਵਿੱਚ ਜਾਣਿਆ ਵੀ ਇਹ ਜੋ ਸੰਤ ਹੈ ਨਾ, ਬੜੇ ਤਕੜੀ ਕਰਾਮਾਤ ਸ਼ਕਤੀਆਂ ਵਾਲੇ ਹੈ, ਚਰਨ ਕਮਲ ਪਰ ਬੰਦਨ ਕੀਨਾ। ਉਸੇ ਵੇਲੇ ਸਤਿਗੁਰੂ ਜੀ ਦੇ ਚਰਨ ਕਮਲਾਂ ਉੱਪਰ ਇਹਨੇ ਨਮਸਕਾਰ ਕੀਤੀ ਹੈ। ਪੈਸਿਓ ਸਰਦਾ ਧਾਰ ਸਮੀਪਾ। ਫਿਰ ਬੜੀ ਸ਼ਰਧਾ ਧਾਰ ਕੇ ਸਤਿਗੁਰੂ ਜੀ ਦੇ ਕੋਲ ਹੀ ਹੋ ਕੇ ਬੈਠ ਗਿਆ। ਅਬ ਥੱਲੇ ਬੰਦ ਕਰ ਦਿਓ। ਹਾਂ ਬੰਦ ਕਰ। ਜੋ ਬੇਦੀਆਂ ਦੀ ਕੁਲ ਦੇ ਦੀਵਾ ਰੂਪ ਪ੍ਰਕਾਸ਼ ਰੂਪ ਸਤਿਗੁਰੂ ਜੀ ਬਚਨ ਬੋਲੇ। ਸ਼ਾਹ ਵਿਸਾਲ ਬਿਲੋ ਕਹੋ ਜੋ। ਮਹਾਰਾਜ ਕਹਿੰਦੇ ਵੀ ਹੇ ਅਯਾਲੀ,
ਜਿਹੜਾ ਵੀ ਤੂੰ ਇਸ ਸ਼ਹਿਰ ਦੇ ਵਿੱਚ ਤਕੜਾ ਹੀ ਸ਼ਾਹੂਕਾਰ ਤੱਕਦਾ ਵੇਖਦਾ ਹੈ, ਪੁਰ ਤੇ ਜਾਏ ਬੁਲਾਵ ਹਸੋ। ਉਹਨੂੰ ਵੀ ਸ਼ਹਿਰ ਵਿੱਚ ਜਾ ਕੇ ਤੂੰ ਬੁਲਾ ਲਿਆ ਸਾਡੇ ਪਾਸ। ਆਏ ਸਮਾਨ ਨਗਰ ਮੈਂ ਗਇਓ। ਆਗਿਆ ਮੰਨ ਕੇ ਸਤਿਗੁਰੂ ਦੀ ਇਹ ਅਯਾਲੀ ਤੇ ਨਗਰ ਵਿੱਚ ਚਲਾ ਗਿਆ। ਸ਼ਾਹੋ ਏਕ ਢਿਗ ਬੈਠਤ ਭਇਓ। ਇੱਕ ਜਿਹੜਾ ਤਕੜਾ ਸ਼ਹਿਰ ਦਾ ਸ਼ਾਹੂਕਾਰ ਸੀ ਉਹਦੇ ਕੋਲ ਜਾ ਕੇ ਬੈਠ ਗਿਆ। ਕਹਿਣ ਲੱਗਿਓ ਸੁਣੀਏ ਬਿਰਤੰਤਾ। ਕਹਿ ਲੱਗਾ ਸ਼ਾਹੂਕਾਰਾ ਸਾਰਾ ਇਹ ਪ੍ਰਸੰਗ ਸੁਣੀਏ ਧਿਆਨ ਦੇ ਕੇ। ਵਹਿਰ ਸੰਤ ਹੈ ਇੱਕ ਦੁਖ, ਵਹਿਰ ਸੰਤ ਹੈ ਇੱਕ ਦੁਖ ਹੰਤਾ। ਆ ਨਗਰ ਤੋਂ ਬਾਰ-ਬਾਰ ਇੱਕ ਸੰਤ ਆਇਆ ਹੈ ਦੁੱਖਾਂ ਦਾ ਨਾਸਕ। ਬਲਵਾਨ ਹੈ ਪਰਮ ਉਦਾਰਾ। ਬਹੁਤ ਮਹਾਨ ਸਖੀ ਦਾਤੇ ਹੈ ਤੇ ਤਾਕਤ ਵਾਲੇ ਹੈ ਤਗੜੀ। ਤਹ ਨਾ ਤੋ ਕੋ ਨਿਕਟ ਹਕਾਰਾ। ਉਸ ਸੰਤਾਂ ਨੇ ਤੈਨੂੰ ਵੀ ਸ਼ਾਹੂਕਾਰਾ ਕੋਲ ਬੁਲਾਇਆ ਸੱਦਿਆ ਹੈ। ਸੁਨਤ ਸ਼ਾਹ ਧਰ ਹਰਖ ਵਿਸਾਲਾ। ਸ਼ਾਹੂਕਾਰ ਸੁਣਦਿਆਂ ਬੜਾ ਖੁਸ਼ੀ ਵਿੱਚ ਆਇਆ, ਪ੍ਰਸੰਨ ਹੋਇਆ ਹੈ। ਪੁਰ ਤੇ ਨਿਕਸ ਚੱਲਿਓ ਤਤਕਾਲਾ। ਉਹ ਅਯਾਲੀ ਨਾਲ ਆਪਣੇ ਨਗਰ ਤੋਂ ਬੜੀ ਛੇਤੀ ਨਾਲ ਨਿਕਲ ਕੇ ਚੱਲਿਆ। ਲੈ ਇਆਲ ਤਿਹ ਕੋ ਨਿਜ ਸੰਗਾ। ਜਿਹੜਾ ਅਯਾਲੀ ਸੀ ਦੁੰਬਿਆਂ ਦਾ ਚਰਾਵਾ ਸ਼ਾਹੂਕਾਰ ਨੂੰ ਨਾਲ ਲੈ ਕੇ ਆਇਆ ਹੈ। ਗੁਰ ਸਮੀਪ ਆਵਾ ਸੋ ਮੰਗਾ। ਗੁਰੂ ਜੀ ਦੇ ਕੋਲ ਆ ਗਿਆ ਬੜੇ ਚਾਅ ਉਤਸ਼ਾਹ ਨਾਲ ਇਹ ਸ਼ਾਹੂਕਾਰ ਤੇ ਅਯਾਲੀ। ਬੈਠ ਗਇਓ ਪਗ ਬੰਧਨ ਕਰ ਕੈ। ਸਤਿਗੁਰਾਂ ਦੇ ਚਰਨਾਂ ਉੱਪਰ ਦੋਵੇਂ ਜਾਣੇ ਨਮਸਕਾਰ ਕਰਕੇ ਤੇ ਬੈਠ ਗਏ। ਦਰਸ ਬਿਲੋਕਤ ਸੁਖ ਉਰ ਭਰ ਕੈ। ਸਤਿਗੁਰ ਜੀ ਦਾ ਦਰਸ਼ਨ ਤੱਕ ਕੇ ਤੇ ਹਿਰਦੇ ਵਿੱਚ ਬਹੁਤਾ ਸੁਖ ਸ਼ਾਂਤੀ ਨਾਲ ਭਰ ਕੇ। ਜਗ ਗੁਰ ਕਹਿਤ ਭਏ ਸੁਨ ਸ਼ਾਹੂ। ਜਗਤ ਦੇ ਗੁਰੂ ਕਹਿਣ ਲੱਗੇ ਸ਼ਾਹੂਕਾਰਾ ਸਾਡਾ ਬਚਨ ਸੁਣ। ਅੰਨ ਜੇ ਹੈ ਘਰ ਮਾਹੂ। ਜੇ ਵੀ ਤੇਰੇ ਘਰ ਵਿੱਚ ਕੋਈ ਅੰਨ ਅਨਾਜ ਹੈ ਥੋੜਾ ਬਹੁਤਾ ਤੇ ਤੂੰ ਇੱਥੇ ਸਾਡੇ ਪਾਸ ਲਿਆ ਉਸ ਨੂੰ। ਸ਼ਾਹੋ ਕਹਿ ਸਗਰੇ ਇਸ ਦੇਸਾ। ਸ਼ਾਹੂਕਾਰ ਕਹਿਣ ਲੱਗਾ ਇਹ ਸੰਤ ਮਹਾਰਾਜ ਜੀ ਇਸ ਪੂਰੇ ਸਾਡੇ ਇਲਾਕੇ ਵਿੱਚ ਅੰਨ ਨਾ ਉਪਜਤ ਸੁਨ ਦਰਵੇਸ਼ਾ। ਹੇ ਦਰਵੇਸ਼ ਸੰਤ ਜੀ ਸਾਡੇ ਇਲਾਕੇ ਵਿੱਚ ਜਿਹੜਾ ਅੰਨ ਹੈ ਨਾ ਉਹ ਨਹੀਂ ਪੈਦਾ ਹੁੰਦਾ। ਆਮਿਖ ਖਾਨ ਕਰ ਨਰ ਸਭ ਹੀ। ਇੱਥੇ ਦੇ ਤੇ ਸਾਰੇ ਮਾਈ ਭਾਈ ਪੁਰਸ਼ ਲੋਕ ਮਾਸ ਹੀ ਖਾਣਾ ਕਰਦੇ ਐ। ਤੁਮ ਜੇ ਚਾਹੋ ਲਿਆਓ ਮੈਂ ਅਬ ਹੀ। ਜੇ ਤੁਸੀਂ ਚਾਹੁੰਦੇ ਹੋ ਮਾਸ ਖਾਣਾ ਤੇ ਮੈਂ ਹੁਣੇ ਲੈ ਆਉਣਾ ਗਰਮ ਤੱਤਿਆਂ ਕਰਕੇ। ਗੁਰੂ ਕਹੈ ਜੇ ਸਿੱਖੀ ਧਾਰਹੁ। ਗੁਰੂ ਕਹਿਣ ਲੱਗੇ ਵੀ ਸ਼ਾਹੂਕਾਰਾ ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਸਿੱਖੀ ਹੈ ਜੇ ਤੁਸੀਂ ਉਸ ਸਿੱਖੀ ਨੂੰ ਧਾਰੋ। ਮੁਖ ਤੇ ਸ੍ਰੀ ਪ੍ਰਭ ਨਾਮ ਉਚਾਰਹੁ। ਤੇ ਮੁਖ ਤੋਂ ਜੋ ਪਰਮੇਸ਼ਰ ਦਾ ਵਾਹਿਗੁਰੂ ਵਾਹਿਗੁਰੂ ਨਾਮ ਜਿਸ ਨੂੰ ਉਚਾਰੋ ਕਹੋ। ਅੰਨ ਅਗਨ ਹਮ ਦੇਵੈ ਦੋ। ਅਸੀਂ ਤੁਹਾਨੂੰ ਬਚਨ ਕਰਦੇ ਹਾਂ ਵੀ ਜਿਹੜਾ ਅੰਨ ਹੈ ਅਨਾਜ ਹੈ ਤੇ ਅੱਗ ਇਹ ਦੋਵੇਂ ਤੁਹਾਨੂੰ ਦੇਵਾਂਗੇ। ਜਹ ਜੋ ਮਤ ਹਮਾਰ ਸਭ ਕੋ। ਜੇ ਤੁਸੀਂ ਸਭ ਕੋਈ ਸਾਰੇ ਜਾਣੇ ਸਾਡਾ ਜਿਹੜਾ ਮਤ ਹੈ ਸਿੱਖੀ ਮਾਰਗ ਉਹਨੂੰ ਗ੍ਰਹਿਣ ਕਰੋ, ਸਿੱਖੀ ਧਾਰਨ ਕਰੋ ਤਾਂ। ਇਉ ਸੁਨ ਭਾ ਅਧੀਨ ਬਹੁ ਸ਼ਾਹੂ। ਇਉਂ ਸੁਣ ਕੇ ਸਤਿਗੁਰ ਜੀ ਤੋਂ ਸ਼ਾਹੂਕਾਰ ਤੇ ਬਹੁਤ ਅਧੀਨ ਹੋਇਆ ਹੈ। ਸੰਤ ਰੂਪ ਤਮ ਬੇਪਰਵਾਹੋ। ਕਹਿ ਲੱਗਾ ਮਹਾਰਾਜ ਤੁਸੀਂ ਤੇ ਸੰਤ ਹੋ ਬੜੇ ਪੂਰਨ ਬੇਪਰਵਾਹ, ਤੁਹਾਨੂੰ ਕਿਸੇ ਦੀ ਪਰਵਾਹ ਨਹੀਂ ਹੈ। ਜੇ ਦ੍ਵੈ ਦੇਹੋ ਹੋਏ ਸਿੱਖ ਸਭ ਹੀ। ਜੇ ਦ੍ਵੈ ਦੇਹੋ ਹੋਏ ਸਿੱਖ ਸਭ ਹੀ। ਜੇ ਤੁਸੀਂ ਸਾਨੂੰ ਆ ਦੋਵੇਂ ਅੱਗ ਤੇ ਅਗਨ, ਅੱਗ ਤੇ ਅਨਾਜ ਦੇ ਦਿਓ ਮਹਾਰਾਜ ਬੜੇ ਸਾਰੇ ਸੌਖੀ ਹੋ ਜਾਣ, ਸੌਖੀ ਸੁਖ ਪ੍ਰਫੁੱਲਤ ਹੋ ਜਾਣ ਸਾਡੇ ਅੰਦਰ। ਤੁਮਰਾ ਗ੍ਰਹਣ ਕਰਾਂ ਮਤ ਅਬਹੀ। ਕਿ ਫਿਰ ਅਸੀਂ ਤੇ ਤੁਹਾਡਾ ਜਿਹੜਾ ਮਤ ਹੈ ਸਿਧਾਂਤ ਹੈ ਸਿੱਖੀ ਉਸੇ ਵੇਲੇ ਗ੍ਰਹਿਣ ਕਰਾਂਗੇ। ਕਿਰਪਾ ਧਾਰ ਗੁਰ ਬਾਣ ਉਚਾਰੇ।
ਕਿਰਪਾ ਧਾਰ ਕੇ ਸਤਿਗੁਰੂ ਜੀ ਨੇ ਬਚਨ ਕਹੇ। ਖੋਜਲ ਆਓ ਕਛ ਅੰਨ ਤੁਮਾਰੇ। ਮਹਾਰਾਜ ਕਹਿੰਦੇ ਵੀ ਸ਼ਾਹੂਕਾਰਾ, ਜੇ ਤੁਹਾਡੇ ਪਾਸ ਕੋਈ ਥੋੜਾ ਬਹੁਤਾ ਅੰਨ ਹੈ ਤਾਂ ਉਹ ਤੁਸੀਂ ਲੱਭ ਕੇ ਲਿਆਓ। ਇਹੋ ਸੁਨ ਸ਼ਾਹ ਨਗਰ ਮਹਿ ਆਇਓ। ਇਹੋ ਸੁਣ ਕੇ ਸ਼ਾਹੂਕਾਰ ਜਿਹੜਾ ਆਪਣੇ ਨਗਰ ਵਿੱਚ ਆ ਗਿਆ। ਬਹੁਤ ਸਦਨ ਮਹਿ ਅੰਨ ਖੁਜਾਇਓ। ਬਹੁਤੇ ਘਰਾਂ ਵਿੱਚੋਂ ਜਿਹੜਾ ਅੰਨ ਹੈ ਉਹ ਲਭਵਾਇਆ, ਟੁੰਡਵਾਇਆ ਵੀ ਲੱਭੋ ਕਿਤੇ ਹੈ ਅੰਨ। ਦੋਹਰਾ ਏਕ ਸਿਰ ਗੋਤਮਪੁਰ। ਇਹੋ ਇੱਕ ਜਿਹੜੀ ਸੇਰ ਹੈ ਨਾ ਕਣਕ ਪੂਰੇ ਸ਼ਹਿਰ ਦੇ ਵਿੱਚ ਹੀ ਖੋਜਤ ਆਈ ਹਾਥ। ਲੱਭਦਿਆਂ ਲੱਭਦਿਆਂ ਹੱਥ ਆਈ ਹੈ ਇੱਕ ਸੇਰ ਕਣਕ, ਭਾਵ ਕਿਲੋ ਕੀ। ਗੁਰ ਟਿਗ ਆਇਓ ਸ਼ਾਹ ਕੋਨਾ। ਫਿਰ ਉਹ ਸ਼ਾਹੂਕਾਰ ਇੱਕ ਸੇਰ ਕਣਕ ਨੂੰ ਲੈ ਕੇ ਆਇਆ। ਭੂਪ ਪ੍ਰਜਾ ਲੀਏ ਸਾਥ। ਰਾਜੇ ਨੇ ਆਪਣੀ ਪ੍ਰਜਾ ਵੀ ਸਾਥ ਲੈ ਲਈ ਹੈ, ਸ਼ਾਹੂਕਾਰ ਵੀ ਨਾਲੇ ਹੀ ਆ ਗਿਆ ਹੈ। ਜੋ ਪਈ ਨਮਸਕਾਰ ਚਰਨਨ ਪਰ ਕਰਕੇ। ਤੇ ਨਮਸਕਾਰਾਂ ਸਤਿਗੁਰੂ ਜੀ ਤੇ ਚਰਨਾਂ ਉੱਪਰ ਕਰਕੇ ਸਾਰੇ ਜਾਣੇ ਬੈਠੇ ਨਿਕਟ ਭਾਉ ਔਰ ਧਰ ਕੇ। ਤੇ ਸਤਿਗੁਰੂ ਜੀ ਦੇ ਕੋਲ ਹੀ ਹੋ ਕੇ ਬੈਠ ਕੇ ਹਰੀ ਵਿੱਚ ਬਹੁਤ ਪ੍ਰੇਮ ਪਿਆਰ ਧਾਰ ਕੇ ਗੁਰੂ ਕਹਾ ਬੀਜੋ ਸ਼ਿਵ ਮਾਹੀ। ਗੁਰੂ ਕਹਿਣ ਲੱਗੇ ਵੀ ਸ਼ਾਹੂਕਾਰਾ, ਇਹ ਜਿਹੜਾ ਤੂੰ ਕਣਕ ਲੈ ਕੇ ਆਇਆ ਨਾ ਬੀਜ, ਇਹਨੂੰ ਧਰਤੀ ਵਿੱਚ ਬੀਜੋ। ਹੋਏ ਅੰਨ ਟੋਟਹ ਜਿਹ ਨਾਹੀ। ਅਸੀਂ ਕਹਿੰਦੇ ਵੀ ਐਸਾ ਅੰਨ ਹੋਏਗਾ ਜਿਸ ਅੰਨ ਦਾ ਕਦੀ ਟੋਟਾ ਨਹੀਂ ਹੋਏਗਾ, ਮੁੱਕੇਗਾ ਨਹੀਂ ਇਹ ਤਾਂ ਅੰਨ। ਆਏ ਸਮਾਨ ਬੋਵਨੀ ਕੀਨੇ। ਸਤਿਗੁਰੂ ਜੀ ਦੀ ਆਗਿਆ ਮੰਨ ਕੇ ਇਹ ਸ਼ਾਹੂਕਾਰ ਨੇ ਦੋ ਚਾਰ ਮਨੁੱਖ ਜੇ ਲੈ ਕੇ ਤੇ ਜਿਹੜੀ ਕਣਕ ਦਾ ਬੀਜ ਉਹ ਬੀਜਣਾ ਕੀਤਾ ਹੈ। ਉਗੀ ਬਿਲੋਕੀ ਸਭ ਜਨ ਵੇਲੇ। ਦਾ ਨਵੀਂ ਹਰਿਆਈ ਕਣਕ ਜਿਹੜੀ ਉੱਗੀ ਹੋਈ ਦੇਖੀ ਤੱਕੀ ਹੈ। ਦਿਨ ਥੋਰਨ ਮਹਿ ਪੱਕ ਗਈ ਸੋ। ਗੁਰੂ ਜੀ ਦੀ ਸ਼ਕਤੀ ਕਰਕੇ ਥੋੜੇ ਦਿਨਾਂ ਵਿੱਚ ਹੀ ਉਹ ਕਣਕ ਪੱਕ ਗਈ। ਭਏ ਪਰਸਾਨ ਹਿਰਦਾ ਸਭ ਕੋ। ਫਿਰ ਜਿਸ ਕਰਕੇ ਸਾਰੇ ਇਹ ਇਲਾਕੇ ਦੇ ਲੋਕ ਇਹਦੇ ਵਿੱਚ ਬਹੁਤ ਪ੍ਰਸੰਨ ਖੁਸ਼ ਹੋਏ ਹੈ। ਬਾਹੁਰ ਪਗ ਕੀ ਸਭ ਨਾਲਿਨੀ। ਜਿਹੜੀ ਚਰਨਾਂ ਦੀ ਪੌਲ ਹੈ ਨਾ ਸਤਿਗੁਰੂ ਦੀ, ਸਾਰਿਆਂ ਨੇ ਲਈ ਉਸ ਵੇਲੇ। ਭਾਉ ਭਗਤ ਮਹਿ ਸ਼ੁਭ ਮਤ ਭੀਨੇ। ਪ੍ਰੇਮਾ ਭਗਤੀ ਵਿੱਚ ਸਾਰਿਆਂ ਦੀ ਜਿਹੜੀ ਬੁੱਧੀ ਹੈ ਉਹ ਲੀਨ ਹੋ ਗਈ, ਭਿੱਜ ਗਈ ਹੈ। ਸਿੱਖੀ ਮਾਰਗ ਮਹਿ ਪਗ ਧਰ ਕੇ। ਸਿੱਖੀ ਜਿਹੜਾ ਮਾਰਗ ਹੈ, ਭਾਵ ਭਗਤੀ ਦਾ ਰਸਤਾ, ਇਹਦੇ ਵਿੱਚ ਚਰਨ ਧਰ ਕੇ ਰੱਖ ਕੇ ਪ੍ਰਭ ਕੋ ਗੁਰ ਕੀ ਸੁਖਦ ਵਿਚਰ ਕੇ। ਸੁਖ ਦੇਣ ਵਾਲੇ ਪ੍ਰਭੂ ਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਸੁਖ ਦੇਣ ਵਾਲੇ ਵਿਚਾਰ ਕੇ ਗੁਰੂ ਕਰ ਲਿਆ ਸਭ ਨੇ। ਧਰਮਸਾਲ ਕਰੁਜਰ ਬਨਾਈ। ਉੱਥੇ ਸਤਿਗੁਰਾਂ ਨੇ ਕਹਿ ਕੇ ਧਰਮ ਦੀ ਜਗ੍ਹਾ ਇੱਕ ਸੋਹਣੀ ਬਣਵਾਈ ਹੈ। ਸੰਤ ਸਮਾਤ ਸਿਹ ਕੀਰਤ ਗਾਏ। ਜਿਵੇਂ ਸੰਤ ਸ੍ਰੇਸ਼ਟ ਮਤ ਬੁੱਧੀ ਵਾਲੇ ਹੁੰਦੇ ਹੈ, ਉਹਨਾਂ ਵਾਂਗ ਉਸ ਧਰਮਸ਼ਾਲਾ ਵਿੱਚ ਵਾਹਿਗੁਰੂ ਦੀ ਕੀਰਤੀ ਸਿਫਤ ਸਲਾਹ ਗਾਈ ਹੈ ਸਭ ਨੇ। ਬੈਠ ਸਰਬ ਮਹਿ ਕਿਰਪਾ ਨਿਧਾਨਾ। ਸਾਰਿਆਂ ਵਿੱਚ ਹੀ ਬੈਠ ਕੇ ਜੋ ਕਿਰਪਾ ਦੇ ਖਜ਼ਾਨੇ ਹੈ ਗੁਰੂ ਨਾਨਕ ਸਾਹਿਬ। ਤੇਰੀ ਮੁਖ ਤੇ ਆਸ ਭਜਨ ਬਖਾਨਾ। ਸੁਭਾਏ ਮਾਣ ਮੁਖ ਤੋਂ ਸਤਿਗੁਰੂ ਜੀ ਨੇ ਐਸਾ ਬਚਨ ਕਹੇ। ਅਬ ਤੇ ਅੰਨ ਅਟੁੱਟ ਇਸ ਦੇਸਾ। ਰਾਜਾ ਹੈ ਸ਼ਾਹੂਕਾਰਾ, ਹੁਣ ਤੋਂ ਇਸ ਇਲਾਕੇ ਦੇ ਵਿੱਚ ਜਿਹੜਾ ਅਟੁੱਟੀ ਅੰਨ ਹੋਏਗਾ। ਕਸ ਦੁਕਾਲ ਕੋ ਹੋਏ ਨਾ ਲੇਸਾ। ਕਬ ਦੁਕਾਲ ਹੈ, ਕਦੀ ਵੀ ਜਿਹੜਾ ਖੋਟਾ ਕਾਲ ਹੈ ਨਾ ਉਹ ਲੇਸ ਮਾਤਰ ਭੋਰਾ ਮਾਤਰ ਵੀ ਨਹੀਂ ਹੋਏਗਾ। ਵਾਹਨ ਤੇ ਪਾਵਕ ਗੁਣ ਚਾਰੀ। ਪਾਵਕ ਇਸ ਤਰ੍ਹਾਂ ਮਾਰਨ ਕਹਿ ਕੇ ਪੱਥਰ ਤੋਂ ਜਿਹੜੀ ਅੱਗ ਜੀ ਉਹ ਝਾੜੀ ਹੈ। ਕਾਸ਼ਟ
ਸੋ ਕਰ ਦੀਨ ਬਿਥਾਰੀ। ਲੱਕੜਾਂ ਦੇ ਨਾਲ ਫਿਰ ਉਹ ਅੱਗ ਦੀ ਜਿਹੜੀ ਫੈਲਾ ਦਿੱਤੀ ਹੈ। ਲੈ ਕੇ ਸਭਨ ਹਰਖ ਔਰ ਧਰਿਓ। ਸਾਰਿਆਂ ਨੇ ਇਹ ਅੱਗ ਲੈ ਕੇ ਇਹ ਖੁਸ਼ੀਆਂ ਮਹਾਰਾਜ ਦੇ ਲੈ ਕੇ ਬਹੁਤ ਇਹਦੇ ਵਿੱਚ ਪ੍ਰਸੰਨਤਾ ਧਾਰੀ, ਖੁਸ਼ੀ ਧਾਰੀ ਹੈ। ਸ੍ਰੀ ਸਤਿਗੁਰ ਕੋ ਸਜਸ ਉਚਰਿਓ। ਤੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਬੜਾ ਸ੍ਰੇਸ਼ਟ ਜਸ ਸਭ ਨੇ ਕਿਹਾ ਵੀ ਇਹ ਤੇ ਮਹਾਨ ਹੈ ਗੁਰੂ ਪਰਮੇਸ਼ਰ। ਅੰਨ ਅਗਨ ਦੋ ਤਹ ਨਾਹੀ। ਕਿਉਂਕਿ ਵੇਖ ਲਓ ਉੱਥੇ ਅੰਨ ਤੇ ਅੱਗ ਦੋਵੇਂ ਨਹੀਂ ਸੀ ਹੈਗੇ। ਇਹ ਬਿਦ ਸ੍ਰੀ ਗੁਰ ਦੀਨ ਤਹਾਹੀ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਉੱਥੇ ਵੀ ਮਹਾਰਾਜ ਜੀ ਨੇ ਇਸ ਤਰ੍ਹਾਂ ਇਹ ਦਾਤ ਦੇ ਦਿੱਤੀ, ਅੱਗ ਵੀ ਦੇ ਦਿੱਤੀ ਤੇ ਅੰਨ ਵੀ ਦੇ ਦਿੱਤਾ। ਨਾਮ ਦਾਨ ਇਸਨਾਨ ਦ੍ਰਿੜਾਇਓ। ਸਭ ਨੂੰ ਕਿਹਾ ਵੀ ਭਾਈ ਸਿਰ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਹੈ, ਨਾਮ ਜਪਣਾ ਹੈ, ਫਿਰ ਧਰਮ ਦੀ ਕਿਰਤ ਕਰਕੇ ਦਾਨ ਪੁੰਨ ਕਰਨਾ ਹੈ। ਪੱਕਿਆਂ ਕੀਤਾ ਸਭ ਨੂੰ। ਭਾਉ ਭਗਤ ਕੋ ਪੰਥ ਚਲਾਇਓ। ਜੋ ਵਾਹਿਗੁਰੂ ਦੀ ਪ੍ਰੇਮਾ ਭਗਤੀ ਹੈ, ਪ੍ਰੇਮ ਨਾਲ ਭਗਤੀ ਕਰਨੀ, ਇਹ ਰਸਤਾ ਚਲਾਇਆ। ਕਿਸਕ ਦਿਵਸ ਰਹਿ ਕਰ ਜਗਤੇ ਤਾ। ਜਗਤ ਦੇ ਮਾਲਕ ਸਤਿਗੁਰੂ ਜੀ ਕੁਝ ਕੁ ਦਿਨ ਇੱਥੇ ਰਹਿ ਕਰਕੇ ਜਲ ਦੇ ਤਿਆਰ ਭਏ ਸ਼ੁਭ ਬੇਸਾ। ਜਿਨ੍ਹਾਂ ਸਤਿਗੁਰਾਂ ਜੀ ਨੇ ਸਰੀਰ ਉੱਪਰ ਸੋਹਣਾ ਚੰਗਾ ਲਿਬਾਸ ਭੇਖ ਧਾਰਨ ਕੀਤਾ ਹੈ, ਮਹਾਰਾਜ ਜੀ ਇੱਥੋਂ ਚੱਲਣ ਲੱਗੇ। ਸਰਬ ਲੋਕ ਮਿਲ ਕੇ ਕਬ ਆਏ। ਕਿ ਗੁਰੂ ਮਹਾਰਾਜ ਚਲੇ ਚੱਲੇ ਹੈ, ਜਿਸ ਕਰਕੇ ਸਾਰੇ ਲੋਕ ਹੀ ਇੱਥੇ ਮਿਲ ਜੁਲ ਕੇ ਆਏ ਹੈ। ਹੋਏ ਦੀਨ ਮਨ ਬੈਨ ਸੁਨਾਏ। ਮਨ ਵਿੱਚ ਬੜੇ ਆਏ ਨੇ ਮਾਣੇ ਦੀਨ ਜੇ ਹੋ ਕੇ ਸਭ ਨੇ ਬਚਨ ਸੁਣਾਏ। ਧੰਨ ਭਾਗ ਇਹ ਸਭ ਜੇ ਲੋਕਾ। ਕਹਿੰਦੇ ਆ ਮਹਾਰਾਜ ਇਹ ਜਿਹੜੇ ਸਾਰੇ ਲੋਕ ਹੈ ਨਾ ਇੱਥੋਂ ਦੇ, ਇਹਨਾਂ ਦੇ ਬਹੁਤ ਵੱਡੇ ਧੰਨ ਭਾਗ ਹਨ। ਜਾਂ ਤੇਰਾ ਵਰ ਦਰਸ ਬਿਲੋਕਾ। ਇਸੇ ਕਰਕੇ ਤੇ ਆਪ ਜੀ ਦਾ ਮਹਾਰਾਜ ਸਭ ਨੇ ਦਰਸ਼ਨ ਦੇਖਿਆ, ਤੱਕਿਆ ਹੈ। ਲੋਕ ਪਰ ਲੋਕ ਹੈ ਕੋ ਸੁਖ ਦੀਨਾ। ਆਪ ਜੀ ਨੇ ਤੇ ਇਸ ਥਾਂ ਤੇ ਆ ਕੇ ਸਫਲਾ ਕਰ ਦਿੱਤਾ। ਸਤਿਗੁਰੂ ਜੀ ਸਾਨੂੰ ਲੋਕ ਪਰਲੋਕ ਦੇ ਸਾਰੇ ਸੁੱਖ ਦੇ ਦਿੱਤੇ, ਬਖਸ਼ ਦਿੱਤੇ। ਸ੍ਰੀ ਹਰਿ ਕੋ ਤੁਮਰੋ ਤਨ ਚੀਨਾ। ਸ੍ਰੀ ਗੁਰੂ ਪਰਮੇਸ਼ਰ ਜੋ ਹੈ ਉਹਨਾਂ ਦਾ ਹੀ ਅਸੀਂ ਸਰੀਰ ਤੁਹਾਨੂੰ ਜਾਣਿਆ ਹੈ। ਕਿ ਜੋ ਵਾਹਿਗੁਰੂ ਪਰਮਾਤਮਾ ਹੈ ਨਾ, ਉਹੀਓ ਤੁਹਾਨੂੰ ਜਾਣਿਆ ਵੀ ਉਹੀਓ ਸਰੀਰ ਧਾਰ ਕੇ ਆਇਆ ਹੋਇਆ ਹੈ ਪਰਮਾਤਮਾ। ਸਭ ਹਿਨ ਕੋ ਧੀਰਜ ਦੇ ਸੁਆਮੀ। ਐਵੇਂ ਜਿਹੜੇ ਨਿਮਾਣੇ ਵਿਚਾਰੇ ਹੋਏ ਪਏ ਸੀ, ਸੁਆਮੀ ਗੁਰੂ ਨਾਨਕ ਸਾਹਿਬ ਜੀ ਨੂੰ ਸਾਰਿਆਂ ਨੂੰ ਧੀਰਜ ਹੌਸਲਾ ਦੇ ਕਰਕੇ ਗਮਨ ਕੀਓ ਪੁਨ ਅੰਤਰ ਜਾਮੀ। ਅੰਤਰਜਾਮੀ ਸਤਿਗੁਰੂ ਜੀ ਨੇ ਅੱਗੇ ਨੂੰ ਚੱਲਣਾ ਕੀਤਾ। ਏਤ ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ ਪਟੰਤ ਔਰ ਦੇਸ਼ਨ ਪ੍ਰਸੰਗ ਵਰਣਨ ਨਾਮ ਤ੍ਰਿਯੋਦਸ਼ਮਾ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅਖੀਰਲੇ ਹਿੱਸੇ ਦੇ 13 ਅਧਿਆਏ ਸਮਾਪਤ ਹੋ ਗਏ ਹਨ ਜੀ। ਦੋਹਰਾ ਹੰਤਾ ਮਮਤਾ ਜਨਤ ਜੀ। ਕਵੀ ਸਾਹਿਬ ਜੀ ਪ੍ਰਸੰਗ ਦੀ ਆਰੰਭਤਾ ਵੇਲੇ ਸੰਤਾਂ ਦਾ ਮੰਗਲ ਕਰ ਰਹੇ ਹੈ। ਕੀ ਕਹਿ ਰਹੇ ਹੈ? ਕਹਿੰਦੇ ਵੀ ਸੰਤ ਰੱਬ ਦੇ ਐਸੇ ਹੁੰਦੇ ਆ ਭਾਈ, ਸੁਣ ਲਓ, ਜਿਨ੍ਹਾਂ ਨੇ ਮੈਂ ਪੁਣਾ ਛੱਡ ਦਿੱਤਾ ਹੈ। ਹੰਤਾ ਕਹੀਏ ਮੈਂ ਪੁਣਾ, ਗਰਭ, ਹੰਕਾਰ, ਜਿਨ੍ਹਾਂ ਨੇ ਮੈਂ ਛੱਡ ਦਿੱਤੀ ਹੈ। ਫਿਰ ਮਮਤਾ, ਜਿਨ੍ਹਾਂ ਨੇ ਮੇਰਾਪਨ ਛੱਡ ਦਿੱਤਾ ਹੈ। ਪਦਾਰਥਾਂ ਨੂੰ ਜਿਹੜਾ ਕਹਿਣਾ ਨਾ ਮੇਰਾ ਘਰ, ਮੇਰਾ ਪੁੱਤ, ਮੇਰੀ ਧੀ, ਮੇਰੀ ਘਰਵਾਲੀ, ਮੇਰਾ ਆਦਮੀ, ਇਹ ਜਿਹੜਾ ਕਹਿਣਾ ਕਹਾਉਣਾ ਹੈ ਨਾ, ਇਹ ਮੇਰਪੁਣਾ ਹੈ, ਹੰਗਤਾ ਮਮਤਾ ਹੈ। ਮੈਂ ਦੁਖੀ ਹਾਂ, ਮੇਰਾ ਘਰ ਹੈ, ਮੇਰੀ ਜ਼ਮੀਨ ਹੈ। ਇਹ ਜਿਹੜੀ ਹੰਗਤਾ ਮਮਤਾ ਜਿਨ੍ਹਾਂ ਨੇ ਛੱਡੀ ਹੋਈ ਹੈ। ਹਰਖ ਸੋਕ ਇਕ ਸਾਰ। ਫਿਰ ਜੇ ਪਦਾਰਥ ਘਰ ਵਿੱਚ ਖੁਸ਼ੀਆਂ ਆ ਜਾਣ ਤੇ ਬਹੁਤਾ ਖੁਸ਼ ਨਹੀਂ ਹੁੰਦੇ ਐ। ਜੇ ਘਰ ਵਿੱਚੋਂ ਖੁਸ਼ੀਆਂ ਪਦਾਰਥ ਚਲੇ ਜਾਣ ਤੇ ਜਿਹੜੇ ਗਮ ਨਹੀਂ ਕਰਦੇ, ਇੱਕ ਸਾਰ ਹੀ ਰਹਿੰਦੇ ਐ।
ਜਿਹੜੇ ਇਸ ਅਵਸਥਾ ਵਿੱਚ ਰਹਿੰਦੇ ਆ ਵੀ ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜਿਨ੍ਹਾਂ ਦੀ ਐਸੀ ਅਵਸਥਾ ਹੈ ਵੀ ਹਰਖ ਸੋਗ ਤੇ ਰਹਿ ਨਿਆਰੋ ਇੱਕ ਬਰਾਬਰ ਹੀ ਰਹਿੰਦੇ ਐ। ਤਿਨ ਸੰਤਨ ਕਰ ਬੰਦਨਾ, ਉਹਨਾਂ ਸੰਤਾਂ ਨੂੰ ਮੈਂ ਕਵੀ ਬੰਦਨਾ ਕਰਕੇ ਨਮਸਕਾਰ ਕਰਕੇ ਕਰਹਾਂ ਕਥਾ ਉਚਾਰ। ਸਤਿਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਕਥਾ ਉਚਾਰਨ ਕਰਦਾ ਸੰਤਾਂ ਦੀ ਮਹਿਮਾ ਕਹਿ ਕੇ। ਸ੍ਰੀ ਬਾਲਾ ਸੰਦਰ ਵਾਚ ਚਉਪਈ, ਸੋਨ ਸ੍ਰੀ ਅੰਗਦ ਜਨ ਮਨ ਰੰਜਨਾ। ਕਿਉਂਕਿ ਭਾਈ ਬਾਲਾ ਜੀ ਨੇ ਇਤਿਹਾਸ ਲਿਖਿਆ ਹੈ ਤੇ ਕਵੀ ਸਾਹਿਬ ਜੀ ਨੇ ਇਹ ਸਾਰੇ ਇਤਿਹਾਸ ਦਾ ਉਲੱਥਾ ਭਾਈ ਬਾਲਾ ਵਾਲੀ ਜਨਮ ਸਾਖੀ ਤੋਂ ਕੀਤਾ, ਜਿਸ ਕਰਕੇ ਨਾਮ ਉਹਨਾਂ ਦਾ ਹੀ ਦਿੰਦੇ ਆ, ਆਪਣਾ ਨਾਮ ਅੱਗੇ ਨਹੀਂ ਰੱਖਦੇ। ਕਹਿੰਦੇ ਆ ਵੀ ਭਾਈ ਬਾਲਾ ਜੀ ਕਹਿੰਦੇ ਆ ਵੀ ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਆਪਣੇ ਦਾਸਾਂ ਦੇ ਮਨਾਂ ਨੂੰ ਪ੍ਰਸੰਨ ਕਰਨ ਵਾਲੇ ਸਤਿਗੁਰੂ ਜੀ, ਅਗਲਾ ਇਤਿਹਾਸ ਸੁਣਨਾ ਕਰੋ। ਗਮਨੇ ਗੁਰੂ ਦੀਨ ਦੁਖ ਭੰਜਨਾ, ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ ਸਤਿਗੁਰੂ ਜੀ ਅਗਲੇ ਪਾਸੇ ਚੱਲੇ ਐ। ਜਾਏ ਪਹਾੜ ਨ ਕਰਤੇ ਸਾਲਾ, ਜਿਹੜੇ ਪਹਾੜ ਹੈ ਉੱਚੇ ਉੱਚੇ ਉਹਨਾਂ ਦਾ ਸੈਲ ਸਪੱਟਾ ਕਰਦੇ ਜਾ ਰਹੇ ਹੈ ਗੁਰੂ ਸਾਹਿਬ। ਚੱਲ ਹੈ ਸੁਗਮ ਅਗਮ ਜੋਗਲਾ, ਜੋ ਵੀ ਕਦੀ ਸੌਖੇ ਤੇ ਕਦੀ ਔਖੇ ਰਸਤੇ ਆ ਜਾਂਦੇ, ਐਸੇ ਰਸਤਿਆਂ ਦੇ ਮਾਰਗ ਚੱਲਦੇ ਜਾ ਰਹੇ ਹੈ। ਪਹਾੜਾਂ ਦੇ ਰਸਤੇ ਦੇ ਕਿ ਜਦੋਂ ਪਹਾੜ ਤੇ ਚੜ੍ਹਨਾ ਹੁੰਦਾ ਤੇ ਬੜਾ ਔਖਾ ਜਿਹਾ ਹੁੰਦਾ, ਮਨੁੱਖ ਸਾਹ ਜਿਹਾ ਚੜ੍ਹਦਾ ਹੈ, ਤੇ ਜਦੋਂ ਉਤਰੀਦਾ ਤਾਂ ਉਹ ਆਪਣੇ ਆਪ ਹੀ ਪੈਰ ਥੱਲੇ ਨਿਕਲਦੇ ਜਾਂਦੇ ਹੈ ਤੇ ਸੌਖਾ ਉਤਰਦਾ ਹੈ। ਐਵੇਂ ਜਦੋਂ ਚੜ੍ਹਦੇ ਸਤਿਗੁਰੂ ਜੀ ਉਹ ਔਖਾ ਰਸਤਾ ਹੈ, ਜਦੋਂ ਉਤਰਦੇ ਉਹ ਕਠਿਨ ਜਿਹੜਾ ਸੌਖਾ ਰਸਤਾ ਉਤਰਨਾ ਹੈ, ਚੜ੍ਹਨਾ ਜਿਹੜਾ ਔਖਾ ਰਸਤਾ ਹੈ। ਜਿਵੇਂ ਆ ਪਹਾੜਾਂ ਭੂੜਾਂ 'ਤੇ ਕੋਈ ਚੜ੍ਹੇ ਨਾ ਸਾਧਨ ਸੂਦਨ ਵੀ, ਉਹ ਵੀ ਉੱਥੇ ਬਹੁਤਾ ਧੂੰਆਂ ਜਿਹਾ ਮਾਰਦੇ, ਅਤੇ ਜਦੋਂ ਹੇਠਾਂ ਵੱਲ ਉਤਰਦੇ ਆ ਸਾਧਨ ਤੇ ਬੜੇ ਸੌਖੇ ਭੱਜੇ ਆਉਂਦੇ ਆ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ, ਜੋ ਗੁਰੂ ਸਾਹਿਬ ਜੀ ਪਹਾੜਾਂ ਦੇ ਔਖੇ ਤੇ ਸੌਖੇ ਰਸਤਿਆਂ ਤੇ ਚੱਲਦੇ ਆ ਰਹੇ ਹੈ। ਜੋ ਕਸ਼ਮੀਰ ਕਹਾਵਤ ਦੇਸਾ, ਜੋ ਆ ਕਸ਼ਮੀਰ ਦਾ ਇਲਾਕਾ ਕਹਾਉਂਦਾ ਸੀ, ਤਹਾਂ ਜਾਏ ਪਹੁੰਚੇ ਜਗ ਤੇਸਾ। ਜਗਤ ਦੇ ਮਾਲਕ ਸਤਿਗੁਰ ਜੀ ਉਹ ਕਸ਼ਮੀਰ ਦੇ ਇਲਾਕੇ ਵਿੱਚ ਚਲੇ ਗਏ। ਦੇਖ ਪਹਾੜ ਇੱਕ ਪੁਰੀ ਸਮੀਪਾ, ਉਸ ਕਸ਼ਮੀਰ ਦੇ ਇਲਾਕੇ ਵਿੱਚ ਜਾ ਪਹੁੰਚੇ ਹੈ। ਉੱਥੇ ਇੱਕ ਜਿਹੜਾ ਬੜਾ ਤਗੜਾ ਪਹਾੜ ਜਿਹਾ ਦੇਖ ਕੇ ਉਹਦੇ ਕੋਲ ਪੂਰੀ ਨਗਰ ਸ਼ਹਿਰ ਵੇਖ ਕੇ ਬੈਠ ਗਏ ਬੇਦੀ ਕੁਲ ਦੀਪਾ, ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਸਤਿਗੁਰ ਜੀ ਉਹ ਪਹਾੜ ਦੇ ਜਿਹੜਾ ਨੇੜੇ ਇੱਕ ਪੂਰੀ ਸ਼ਹਿਰ ਹੈ ਉਹਦੇ ਕੋਲ ਜਾ ਬੈਠੇ। ਦੁਆਦਸ ਬਾਸੁਰ ਤਹਾਂ ਬਿਤਾਏ, ਉੱਥੇ ਨਗਰ ਦੇ ਨੇੜੇ ਬੈਠਿਆਂ ਬੈਠਿਆਂ ਗੁਰੂ ਸਾਹਿਬ ਜੀ ਨੇ 12 ਦਿਨ ਜਦੋਂ ਲੰਘਾ ਦਿੱਤੇ। ਕੋ ਨਾ ਆਇਓ ਨਹ ਕਿਨਹੁ ਬੁਲਾਏ, ਕੋਈ ਜਿਹੜਾ ਉੱਥੇ ਪੁਰਸ਼ ਨਹੀਂ ਆਇਆ, ਨਾ ਕਿਸੇ ਨੇ ਆ ਕੇ ਸਤਿਗੁਰੂ ਜੀ ਨੂੰ ਬੁਲਾਇਆ ਹੀ ਹੈ। ਦਸਵਾਂ ਦਿਨ ਜਬ ਜਿਆਰਾ, ਜਦੋਂ 13ਵਾਂ ਦਿਨ ਪ੍ਰਗਟ ਹੋਇਆ, 13ਵਾਂ ਦਿਨ ਚੜਿਆ ਹੈ, ਤਬ ਇੱਕ ਆਇਓ ਦੁੰਬਨ ਚਾਰਾ, ਤਦੋਂ ਇੱਕ ਜਿਹੜਾ ਦੁੰਬਿਆਂ ਨੂੰ ਚਰਾਉਣ ਵਾਲਾ ਚਰਾਵਾ ਸੀ ਉਹ ਉੱਥੇ ਆਇਆ। ਹਮ ਕੋ ਬੈਠੇ ਪਿਖ ਬਿਸਮਾਨਿਆ, ਗੁਰੂ ਅੰਗਦ ਦੇਵ ਸਾਹਿਬ ਜੀ ਸਾਨੂੰ ਤਿੰਨਾਂ ਨੂੰ ਦੇਖਿਆ ਬੈਠਿਆਂ ਹੋਇਆਂ ਦੇਖ ਕੇ ਉਹ ਦੁੰਬਿਆਂ ਦਾ ਚਰਾਵਾ ਬੜਾ ਆਸ਼ਚਰਜ ਹੋਇਆ। ਬਹਰੋ ਮੁਖ ਦੁਰ ਬਚਨ ਬਖਾਨਿਆ, ਫਿਰ ਜਿਹੜਾ ਸਾਨੂੰ ਤਿੰਨਾਂ ਨੂੰ ਵੇਖ ਕੇ ਮੁਖ ਤੋਂ ਫੁੱਟੇ ਬਚਨ ਜਿਹੜਾ ਕਹਿਣ ਲੱਗਾ, ਵਾਧੂ ਘਾਟੂ ਬੋਲਣ ਲੱਗਾ। ਕੋ ਤੁਮ ਬੈਠੇ ਬੀਚ ਉਜਾਰਾ, ਕਹਿਣ ਲੱਗਾ ਓਏ ਤੁਸੀਂ ਕੌਣ ਤਿੰਨ ਜਾਣਿਆ ਉਜਾੜ ਦੇ ਵਿੱਚ ਬੈਠੇ ਹੋਏ ਲੁਕ ਕੇ? ਕਹੋ ਚੋਰ ਕੈਦੋਂ, ਕਿੱਥੇ ਆ?
ਉਹ ਚੋਰ ਕੈਦਾਂ ਬਟਵਾਰਾ। ਤੁਸੀਂ ਵੀ ਚੋਰ ਹੋ ਜਾਂ ਅਥਵਾ ਰਾਹ ਮਾਰੋ ਡਾਕੇ ਮਾਰਨ ਵਾਲੇ ਠੱਗ ਠੁੱਗ ਬੈਠੇ ਹੋ। ਕਿਹ ਕੋ ਤਕਹੁ ਮਾਲ ਲੈ ਜਾਣੇ। ਕਿਹ ਕੋ ਤੱਕ ਹੋ, ਕਿਸ ਦਾ ਜਿਹੜਾ ਤੁਸੀਂ ਮਾਲ ਲੈ ਜਾਣ ਨੂੰ ਤੱਕਦੇ ਹੋ, ਵੇਖਦੇ ਹੋ। ਪ੍ਰਗਟ ਹੋਣ ਤੇ ਆਨ ਦੁਰਾਨੇ। ਕਿ ਅਸੀਂ ਕਿਤੇ ਪ੍ਰਗਟ ਨਾ ਹੋ ਜਾਈਏ, ਚੋਰ ਰਾਹ ਮਾਰ, ਜਿਸ ਕਰਕੇ ਪ੍ਰਗਟ ਹੋਣ ਦੇ ਡਰ ਤੋਂ ਆਣ ਕੇ ਇੱਥੇ ਛੁਪੇ ਬੈਠੇ ਹੋ। ਜੇ ਤੁਮ ਹੁਤੇ ਫਕੀਰ ਹੈ ਸਾਚੀ। ਕਿਉਂਕਿ ਮੈਂ ਜਾਣਦਾ ਜੇ ਤੁਸੀਂ ਸੱਚੇ ਸੁੱਚੇ ਫਕੀਰ ਸਾਧੂ ਹੁੰਦੇ ਔਰ ਤੇ ਭਿਖਿਆ ਕਰਤੇ ਜਾਚੀ। ਤੇ ਤੁਸੀਂ ਜਿਹੜਾ ਆ ਨਗਰ ਵਿੱਚ ਚਲੇ ਜਾਂਦੇ, ਨਗਰ ਵਿੱਚ ਜਾ ਕੇ ਤੇ ਭਿਖਿਆ ਮੰਗ ਕੇ ਜਿਹੜਾ ਛਕਣਾ ਕਰਦੇ, ਭੋਜਨ ਰੋਟੀ ਕੁਝ। ਵੇਖ ਫਕੀਰ ਧਰਿਓ ਤਨ ਮਾਹੀ। ਐਵੇਂ ਤੁਸਾਂ ਨੇ ਪਖੰਡ ਜਿਹਾ ਧਾਰ ਕੇ ਤੇ ਫਕੀਰਾਂ ਵਾਲਾ ਵੇਖ ਧਾਰਨ ਕੀਤਾ ਹੈ ਸਰੀਰ ਉੱਪਰ। ਸਾਚੇ ਤੁਮ ਫਕੀਰ ਕੋ ਨਾਹੀ। ਸਾਚੇ ਤੁਮ ਫਕੀਰ ਹੋ ਨਾਹੀ। ਸੱਚੇ ਜਿਹੜੇ ਨਾ ਤੁਸੀਂ ਬਿਲਕੁਲ ਕੋਈ ਫਕੀਰ ਹੈ ਨਹੀਂ। ਐਵੇਂ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ। ਐਵੇਂ ਪਖੰਡ ਕੀਤਾ ਹੋਇਆ ਤੁਸਾਂ। ਸੁਨ ਕੈ ਬਿਗਸੇ ਮੰਦ ਕਿਰਪਾਲਾ। ਸੁਣ ਕੇ ਨਾ ਉਹ ਅਯਾਲੀ ਦੁੰਬਿਆਂ ਦੇ ਚਰਾਵੇ ਦੇ ਬਚਨ ਗੁਰੂ ਨਾਨਕ ਸਾਹਿਬ ਜੀ ਸੁਣਦਿਆਂ ਸਾਰੀ ਥੋੜਾ ਥੋੜਾ ਹੱਸੇ ਹੈ ਕਿਰਪਾਲੂ ਮਹਾਰਾਜ। ਕਿਉ ਤੁਝ ਚਿੰਤਾ ਬੜੀ ਵਿਸਾਲਾ। ਬੜੀ ਵਿਸਾਲਾ। ਮਹਾਰਾਜ ਕਹਿਣ ਲੱਗੇ ਉਹ ਅਯਾਲੀਆ ਤੇ ਵੀ ਤੈਨੂੰ ਕਿਉਂ ਸਾਨੂੰ ਵੇਖ ਕੇ ਇੰਨੀ ਚਿੰਤਾ ਵਧੀ ਹੈ ਬਹੁਤੀ। ਜਹ ਦੁੰਬੇ ਚਾਰਨ ਕੋ ਸ਼ੋਰੇ। ਤੂੰ ਵੀ ਜਿੱਥੇ ਆਪਣੇ ਦੁੰਬੇ ਚਾਰਨ ਨੂੰ ਛੱਡੇ ਹੋਏ ਹੈ, ਜਾਏ ਸਮਾਰ ਲਿਹੋ ਤਿਹ ਠਾਰੇ। ਉਸ ਥਾਂ ਜਾ ਕੇ ਤੂੰ ਆਪਣੇ ਦੁੰਬਿਆਂ ਨੂੰ ਸੰਭਾਲ ਲੈ, ਐਵੇਂ ਨਾ ਇੱਥੇ ਵੱਧ ਘੱਟ ਬੋਲ। ਇਹ ਤੇਰੇ ਉਰ ਦਇਆ ਨਾ ਆਈ। ਪਿਆ ਸੰਤ ਬੈਠੇ ਹੋਏ ਆ, ਵੇਖ ਲਾ ਵੀ ਇਹ ਤੇਰੇ ਦਿਲ ਵਿੱਚ ਹਿਰਦੇ ਵਿੱਚ ਥੋੜੀ ਬਹੁਤ ਵੀ ਦਇਆ ਹੀ ਨਹੀਂ ਆਈ। ਕਰੀਏ ਸੰਤਨ ਸੇਵਾ ਚਾਈ। ਵੀ ਸੰਤ ਆ ਬੈਠੇ ਸਾਡੇ ਇਲਾਕੇ ਵਿੱਚ, ਚਾਅ ਨਾਲ ਸੇਵਾ ਕਰ ਲਵਾਂ। ਤੇਰੇ ਤੇ ਮਨ ਵਿੱਚ ਇਹ ਗੱਲ ਆਈ ਨਹੀਂ ਹੈ ਥੋੜੀ ਮਾਤਰ। ਬਹੁਰੋ ਕਹਿਤ ਦੁਖ ਕੇ ਬੈਨਾ। ਸਗੋਂ ਸੇਵਾ ਤੇ ਇੱਕ ਪਾਸੇ ਰਹਿ ਗਈ ਤੇ ਜਿਹੜੇ ਦੁਖਾਉਣ ਵਾਲੇ ਬਚਨ ਕਹਿਣ ਲੱਗ ਪਿਆ ਹੈ। ਹਿਰਦੇ ਪਰਮੇਸ਼ਰ ਕੋ ਪੈਨਾ। ਉਹ ਦੁੰਬਿਆਂ ਦੇ ਚਰਾਵੇ ਤੈਨੂੰ ਪਰਮੇਸ਼ਰ ਦਾ ਹਿਰਦੇ ਵਿੱਚ ਥੋੜਾ ਬਹੁਤਾ ਵੀ ਭੈ ਹੀ ਨਹੀਂ ਹੈ। ਸੁਨਤ ਅਯਾਲ ਗਇਓ ਤਿਹ ਮੋਰੇ। ਜਦੋਂ ਸਤਿਗੁਰੂ ਜੀ ਨੇ ਕਿਹਾ ਨਾ ਵੀ ਤੂੰ ਆਪਣੇ ਜਿੱਥੇ ਦੁੰਬੇ ਛੱਡੇ ਹੋਏ ਉਹਨਾਂ ਨੂੰ ਵੇਖ ਚਰਦਿਆਂ ਨੂੰ, ਇਹ ਜਿਹੜਾ ਦੁੰਬਿਆਂ ਦਾ ਚਰਾਵਾ ਸੀ ਮਨੁੱਖ ਉਸੇ ਵੇਲੇ ਉਸ ਤਰਫ ਜਿਹੜਾ ਸੁਣ ਕੇ ਗਿਆ ਹੈ। ਜਿਹਠਾ ਦੁੰਬੇ ਚਰਨੇ ਸ਼ੋਰੇ। ਜਿਸ ਥਾਂ ਤੇ ਨੇ ਆਪਣੇ ਦੁੰਬੇ ਜਿਹੜੇ ਚਾਰਨ ਵਾਸਤੇ ਛੱਡੇ ਹੋਏ ਸੀ। ਜਬ ਹੀ ਜਾਏ ਬਿਲੋਕਨ ਕੀਨੇ। ਜਦੋਂ ਇਹਨੇ ਜਾ ਕੇ ਉਹ ਦੁੰਬਿਆਂ ਨੂੰ ਵੇਖਣਾ ਕੀਤਾ, ਕਰੇ ਧਰਾ ਪਰ ਪ੍ਰਾਨ ਨਹੀਂ ਨੇ। ਪ੍ਰਾਣਾ ਤੋਂ ਹੀਣੇ ਹੋ ਕੇ ਸਾਰੇ ਦੁੰਬੇ ਮਰੇ ਹੋਏ ਧਰਤੀ ਦੇ ਡਿੱਗੇ ਪਏ। ਦੇਖਤ ਹੀ ਹਿਰਦੇ ਬਿਸਮਾਨਿਆ। ਦੇਖਦਿਆਂ ਹੀ ਹਿਰਦੇ ਵਿੱਚ ਬੜਾ ਆਸ਼ਚਰਜ ਹੋਇਆ ਵੀ ਆਹ ਕੀ ਭਾਣਾ ਵਰਤ ਗਿਆ ਹੈ। ਪਾ ਅਚਰਜ ਕੁਛ ਜਾਏ ਨਾ ਜਾਣਿਆ। ਬੜਾ ਆਸ਼ਚਰਜ ਹੋਇਆ ਵੀ ਕੁਝ ਜਾਣਿਆ ਸਮਝਿਆ ਨਹੀਂ ਜਾਂਦਾ ਵੀ ਆਹ ਕੀ ਬਣ ਗਿਆ। ਸਾਰੇ ਦੇ ਸਾਰੇ ਮਰ ਗਏ ਮੇਰੇ ਦੁੰਬੇ। ਜੇ ਦੰਬਨ ਕੇ ਖਾਵੰਦ ਅਹੂੰ। ਬੜਾ ਪਛਤਾਉਂਦਾ ਹੈ ਸਾਧ ਸੰਗਤ ਜੀ। ਤਾਂ ਹੀ ਉਹ ਵਿਦਵਾਨਾਂ ਦਾ ਬਚਨ ਹੈ, ਮਹਾਂਪੁਰਸ਼ਾਂ ਦਾ, ਕਹਿੰਦੇ ਵੀ ਸੰਤਾਂ ਸੇਤੀ ਮਸਕਰੀ ਕੁਲ ਡੋਬਣ ਕੀ ਰੀਤ। ਭਾਗਵਾਨ ਸੇਵਾ ਕਰੇ ਹੁਜਤਾਂ ਕਰੇ ਪਲੀਤ। ਵੀ ਸੰਤਾਂ ਨਾਲ ਜਿਹੜੀ ਮਸਕਰੀ ਕਰਨੀ ਤੇ ਵਾਧੂ ਘਾਟੂ ਬੋਲਣਾ ਨਾ, ਇਹ ਤੇ ਆਪਣੀ ਕੁੱਲ ਨੂੰ ਡੁਬਾਉਣ ਦੀ ਰੀਤੀ ਹੈ। ਆਪ ਵੀ ਮਰਨਾ ਹੈ, ਨਾਲ ਕੁੱਲ ਨੂੰ ਵੀ ਲੈ ਕੇ ਬਹਿ ਜਾਣਾ ਹੈ। ਪਰ ਜਿਹੜੇ ਭਾਗਾਂ ਵਾਲੇ ਨੇ, ਵੱਡੇ ਭਾਗਾਂ ਵਾਲੇ, ਕਰਮਾਂ ਵਾਲੇ, ਉਹ ਸੰਤਾਂ ਨੂੰ ਵੇਖ ਕੇ ਸੇਵਾ ਕਰਦੇ ਹੈ। ਤੇ ਜਿਹੜੇ ਹੈ ਨਾ ਮਾੜੀ ਮੱਤ ਵਾਲੇ, ਉਹ ਸੰਤਾਂ ਮੰਤਾਂ ਨੂੰ ਵੇਖ ਕੇ ਸਗੋਂ ਹੁਜਤਾਂ ਕਰਦੇ, ਟਿਚਰਾਂ ਕਰਦੇ। ਆ ਗਿਆ ਜੀ ਸਾਧ, ਲਓ ਜੀ ਨੰਗ ਮਲੰਗ ਆ ਗਿਆ ਜੀ, ਆ ਗਿਆ ਹੁਣ ਲੋਕਾਂ ਨੂੰ ਖਾਊਗਾ ਤੋੜ ਤੋੜ ਕੇ, ਮੈਨੂੰ ਰੋਟੀ ਦੇ, ਮੈਨੂੰ ਪੈਸਾ ਦਿਓ। ਐਵੇਂ ਉਹ ਟਿਚਰਾਂ ਹੁਜਤਾਂ ਕਰਦੇ।
ਭਾਗਾਂ ਵਾਲੇ ਸੇਵਾ ਕਰਕੇ ਲਾਹਾ ਲੈ ਜਾਂਦੇ ਆ, ਮਾੜਿਆਂ ਭਾਗਾਂ ਵਾਲੇ ਟਿਚਰਾਂ ਕਰਕੇ ਆਪਣੀ ਕੁੱਲ ਵੀ ਡੁਬੋ ਲੈਂਦੇ ਤੇ ਆਪ ਵੀ ਡੁੱਬ ਜਾਂਦੇ ਆ। ਤਾਂ ਹੀ ਇਹ ਜਿਹੜੀ ਸਾਧ ਸੰਗਤ ਦੀ ਜ਼ੁਬਾਨ ਹੈ ਨਾ, ਇਹਨੂੰ ਬੜਾ ਸੰਭਾਲ ਕੇ ਵਰਤਣਾ ਚਾਹੀਦਾ ਹੈ। ਉਹ ਕਿਸੇ ਨੇ ਸੱਚ ਹੀ ਕਿਹਾ ਹੈ, ਕਹਿੰਦੇ ਜਿਹੜੀ ਜ਼ੁਬਾਨ ਹੈ ਇਹਦੇ ਵਿੱਚ ਹੱਡੀ ਨਹੀਂ ਹੁੰਦੀ, ਪਰ ਇਹ ਹੱਡੀਆਂ ਜ਼ਰੂਰ ਤੜਵਾ ਦੇਣ ਦੀ ਗੱਲ ਕਰਵਾ ਕੇ। ਇਹ ਜ਼ੁਬਾਨ ਹੀ ਹੈ ਜਿਹੜੀ ਹਾਥੀ ਉੱਪਰ ਚੜ੍ਹਾ ਦਿੰਦੀ ਹੈ, ਇਹ ਜ਼ੁਬਾਨ ਹੀ ਹੈ ਜਿਹੜੀ ਹਾਥੀ ਦੇ ਪੈਰਾਂ ਥੱਲੇ ਵਾੜ ਦਿੰਦੀ ਹੈ। ਇਸ ਕਰਕੇ ਜ਼ੁਬਾਨ ਨੂੰ ਸੰਭਾਲ ਕੇ ਕੂਣਾ ਚਾਹੀਦਾ ਹੈ ਸਾਨੂੰ। ਜੇ ਦੁੰਬਨ ਕੇ ਖਾਵਤ ਹੈ ਹੋ। ਇਹ ਕਹਿ ਇਸ ਵਿਚਾਰ ਦਾ ਕਹਿੰਦਾ ਵੀ ਜਿਹੜੇ ਦੁੰਬਿਆਂ ਦੇ ਆ ਮਾਲਕ ਹੈ ਨਾ, ਵੀ ਉਹ ਜਿਹੜੇ ਮਾਲਕ ਜਿਨ੍ਹਾਂ ਦੇ ਮੈਂ ਦੁੰਬੇ ਚਾਰਦਾ ਫਿਰਦਾ ਹਾਂ। 300 ਜਾਏ ਬਨ ਕੋ ਕਹੋ। ਵੀ ਆਹ ਤੇ ਹੁਣ ਸਾਰੇ ਮਰ ਖੱਪ ਗਏ ਐ, ਤੇ ਉਹ ਦੁੰਬਿਆਂ ਦੇ ਮਾਲਕਾਂ ਨੂੰ ਜਾ ਕੇ ਮੈਂ ਹੁਣ ਕੀ ਬਚਨ ਕਹਾਂਗਾ, ਦੱਸਾਂਗਾ। ਬਾਂਧ ਲਹਿ ਮੇਰੋ ਪਰਵਾਰਾ। ਉਹ ਤੇ ਹੁਣ ਪੱਕਾ ਮੈਨੂੰ ਪਤਾ ਲੱਗ ਗਿਆ ਵੀ ਮੇਰੇ ਪਰਿਵਾਰ ਨੂੰ ਬੰਨ ਲੈਣਗੇ, ਨੂੜ ਲੈਣਗੇ। ਤਿਨ ਤੇ ਕਰਾਂ ਕੌਣ ਛੁਟਕਾਰਾ। ਹੇ ਮੇਰਾ ਮਾਲਕਾ, ਮੇਰੇ ਪਰਿਵਾਰ ਨੂੰ ਕੌਣ ਹੈ ਉਹਨਾਂ ਤੋਂ ਛੁਟਕਾਰਾ ਕਰਾਏਗਾ, ਕਿਹੜਾ ਛਡਾਏਗਾ ਹੁਣ ਉਹਨਾਂ ਨੂੰ। ਮੂਰਖ ਅਧਿਕ ਬਿਸੂਰਨ ਲਾਗਾ। ਭਾਈ ਬਾਲਾ ਜੀ ਕਹਿੰਦੇ ਆ ਵੀ ਗੁਰੂ ਅੰਗਦ ਦੇਵ ਸਾਹਿਬ ਜੀ, ਇਹ ਜਿਹੜਾ ਦੁੰਬਿਆਂ ਦਾ ਚਰਾਵਾ ਅਯਾਲੀ ਸੀ ਨਾ, ਮੂਰਖ ਬਹੁਤ ਝੂਰਨ ਲੱਗਾ। ਚਿੰਤਾ ਕਰਤ ਧੀਰ ਔਰ ਭਾਗਾ। ਬੜੀ ਚਿੰਤਾ ਕਰਦਾ ਹੈ, ਹਿਰਦੇ ਵਿੱਚੋਂ ਧੀਰਜ ਭੱਜ ਗਈ ਹੈ। ਕਰਤ ਵਿਚਾਰ ਹਿਰਦੈ ਅਸ ਆਏ। ਹਿਰਦੇ ਵਿੱਚ ਵਿਚਾਰ ਕਰਦਿਆਂ ਕਰਦਿਆਂ ਐਸੀ ਗੱਲ ਆਈ ਹੈ। ਮੈਂ ਸੰਤਨ ਸਾ ਪਰਖ ਲਾਈ। ਕਹਿੰਦਾ ਉਹ ਮਨਾ, ਇਹ ਤੇਰੀ ਗਲਤੀ ਹੈ। ਤੂੰ ਕੀ ਕੀਤਾ ਵੀ ਸੰਤਾਂ ਦੇ ਉਹ ਜਿਹੜੇ ਆਏ ਬੈਠੇ ਨਾ ਸੰਤ, ਉਹਨਾਂ ਨਾਲ ਕਠੋਰੇ ਬਚਨ ਕਹੇ ਹੈ। ਤਿਹ ਦੁਖਾਏ ਮੈਂ ਇਹ ਫਲ ਪਾਵਾ। ਤੇ ਉਹਨਾਂ ਸੰਤਾਂ ਨੂੰ ਦਿਖਾ ਕੇ ਆ ਫਲ ਪਾਇਆ ਵੀ ਸਾਰੇ ਦੁੰਬੇ ਮਰ ਗਏ ਹੈ। ਕਰ ਨਿਰਣੈ ਐਸੇ ਠਹਿਰਾਵਾ। ਐਸਾ ਨਿਰਣਾ ਕਰਕੇ ਧਾਰੀ ਹੈ ਮਨ ਵਿੱਚ। ਤੂਰਨ ਦੌਰ ਜੇ ਬਹੁ ਅਕੁਲਾਵਾ। ਬੜੀ ਛੇਤੀ ਦੌੜਿਆ ਹੈ ਤੇ ਬਹੁਤ ਵਿਆਕਲ ਹੋਇਆ ਪਿਆ ਹੈ ਇਹ ਵਿਚਾਰਾ। ਆਏ ਗੁਰੂ ਭਗ ਸੀਸ ਝੁਕਾਵਾ। ਬੜਾ ਵਿਆਕਲ ਹੋਇਆ, ਸਤਿਗੁਰ ਜੀ ਦੇ ਪਾਸ ਆ ਗਿਆ ਹੈ, ਆਪਣਾ ਸੀਸ ਸਤਿਗੁਰ ਜੀ ਦੇ ਚਰਨਾਂ ਤੇ ਝੁਕਾ ਦਿੱਤਾ। ਹੁਣ ਸਿਰ ਨਹੀਂ ਝੁਕਦਾ। ਪਰਿਓ ਰਹਿਓ ਨਹਿ ਉਠਤ ਉਠਾਇਓ। ਪਿਆ ਹੀ ਰਿਹਾ ਹੈ ਗੁਰੂ ਜੀ ਦੇ ਚਰਨਾਂ ਉੱਪਰ। ਮਾਰੇ ਠਾਉਂਦੇ ਉੱਠਦਾ ਨਹੀਂ, ਉਠਾਇਆ ਵੀ ਨਹੀਂ ਉੱਠਦਾ। ਤਿਹ ਬਿਲੋਕ ਗੁਰ ਬਹਿਨ ਲਾਇਓ। ਐਵੇਂ ਇਹਨੂੰ ਗਰੀਬ ਨਿਮਾਣਾ ਵੇਖ ਕੇ ਸਤਿਗੁਰੂ ਜੀ ਨੇ ਬਚਨ ਕਿਹਾ। ਕੋ ਕਾਰਜ ਬਿਗੜਿਓ ਹੈ ਤੇਰੋ। ਮਾਰੇ ਕਹਿੰਦੇ ਵੀ ਭਾਈ ਤੇਰਾ ਕਿਹੜਾ ਜਿਹੜਾ ਕੰਮ ਵਿਗੜਿਆ ਤਿਗੜਿਆ ਹੈ। ਮੁਰ ਆਇਓ ਪਾਕੀਨ ਕਨੇਰੋ। ਵੀ ਜਿਹੜਾ ਕਿ ਤੂੰ ਮੁੜ ਕਰਕੇ ਆ ਗਿਆ ਹੈ, ਫਿਰ ਬਹੁਤ ਤੂੰ ਭੈ ਵੀ ਕੀਤਾ, ਸਹਿਮਿਆ ਹੋਇਆ, ਡਰਿਆ ਹੋਇਆ ਹੈ। ਸੁਨਹਾ ਸੰਤ ਜੀ ਕਹਾ ਬਖਾਨਾ। ਕਹਿ ਲਗਾ ਸੰਤ ਜੀ ਸੁਣੋ, ਮੈਂ ਗਰੀਬ ਕੀ ਦੱਸਾਂ। ਤੁਮ ਅੰਤਰ ਜਾਣੀ ਸਭ ਜਾਨੋ। ਤੁਸੀਂ ਤੇ ਅੰਦਰ ਦੀਆਂ ਜਾਣਨ ਵਾਲੇ ਹੋ, ਸਾਰੀਆਂ ਜਾਣਦੇ ਹੋ ਪਰਮੇਸ਼ਰ ਰੂਪ ਮਾਲਕ ਜੀ। ਤਦਪ ਆਪਣਾ ਬੂਝਨ ਕੀਨਾ। ਫੇਰ ਵੀ ਅੰਤਰਜਾਮੀ ਹੁੰਦਿਆਂ ਹੋਇਆ ਵੀ ਜੇ ਤੁਸੀਂ ਮੈਨੂੰ ਪੁੱਛਣਾ ਹੀ ਕੀਤਾ ਹੈ। ਅਚਰਜ ਸਨਹਾ ਕਹਾ ਹੈ ਦੀਨਾ। ਮੈਂ ਮਹਾਰਾਜ ਗਰੀਬ ਹੋ ਕੇ ਕਹਿਣਾ ਵੀ ਵੇਖੋ ਆ ਬੜੀ ਅਚਰਜੀ ਗੱਲ ਹੋ ਗਈ ਹੈ, ਕੀ ਦੱਸਾਂ ਮੈਂ ਤੁਹਾਨੂੰ, ਸੁਣੋ। ਨਾਥਾ ਦੁੰਬਨਾ ਕੇਰ ਚਲਾਵਾ। ਮਹਾਰਾਜ ਮੈਂ ਤੇ ਕੀ ਆ, ਮੈਂ ਗਰੀਬ ਜਿਹਾ ਹੈਗਾ ਵਾਂ ਤੇ ਆ ਦੁੰਬਿਆਂ ਦਾ ਚਰਾਵਾ ਵਾਂ, ਦੁੰਬਿਆਂ ਨੂੰ ਚਰਾਉਣ ਵਾਲਾ। ਤਿਨਹਿ ਸ਼ੋਰ ਤੁਮਰੇ ਟਿਗਾਵਾ। ਉਹਨਾਂ ਦੁੰਬਿਆਂ ਨੂੰ ਚਰਦੇ ਹੋਏ ਛੱਡ ਕੇ ਤੁਹਾਡੇ ਪਾਸ ਆਇਆ ਸੀ। ਜਬ ਮੈਂ ਬੋਲਿਓ ਬਜਨ ਕਠੋਰਾ। ਜਦੋਂ ਹੀ ਮੈਂ ਤੁਹਾਨੂੰ ਬਚਨ ਕਠੋਰ ਬੋਲਿਆ ਨਾ, ਮਤ ਮਾੜੀ ਵਾਲਾ, ਤਬ ਹੀ ਮਰ ਗਏ ਦੁੰਬੇ ਮੇਰੇ। ਕਹਿੰਦੇ ਮਹਾਰਾਜ ਉਸੇ ਵੇਲੇ ਬੋਲਦਿਆਂ ਸਾਰੀ ਮੇਰੇ ਤੇ ਸਾਰੇ ਦੁੰਬੇ ਹੀ ਮਰ ਗਏ ਐ। ਬਖਸ਼ ਜਿਤੋ ਕਰਿਓ ਅਪਰਾਧੋ। ਜਿੰਨਾ ਵੀ ਮਹਾਰਾਜ ਮੈਂ ਇਹ ਵੱਡਾ ਅਪਰਾਧ ਗੁਨਾਹ ਪਾਪ ਕੀਤਾ ਨਾ,
ਉਹ ਤੁਸੀਂ ਮੇਰਾ ਬਖਸ਼ੋ ਹੁਣ। ਖਿਮਾ ਰੂਪ ਕਰੁਣਾ ਕਰ ਸਾਧੂ। ਤੁਸੀਂ ਤੇ ਕਿਰਪਾ ਦੀ ਖਾਣ ਹੋ, ਸਾਧੂ ਹੋ, ਖਿਮਾ ਦੇ ਤੇ ਸਰੂਪੀਓ। ਜੇ ਘਰ ਜਾਵੋ ਨਰ ਗ੍ਰਹਿ ਆਈ। ਜੇ ਮੈਂ ਹੁਣ ਘਰ ਜਾਣਾ ਤੇ ਉਹ ਪੁਰਸ਼ ਜਿਹੜੇ ਦੁੰਬਿਆਂ ਦੇ ਮਾਲਕ ਹੈ ਮਹਾਰਾਜ, ਉਹ ਮੈਨੂੰ ਫੜ ਲੈਣਗੇ ਆ ਕੇ। ਭਗੋ ਵਹਿਰ ਪਰਵਾਰ ਕਹਾਈ। ਭੱਗੋਂ ਵਹਿਰ, ਜੇ ਮੈਂ ਬਾਰੀ ਬਾਰੀ ਭੱਜ ਜਾਂਦਾ ਹਾਂ ਤੇ ਉਸ ਦੁੰਬਿਆਂ ਦੇ ਮਾਲਕ ਮੇਰੇ ਪਰਿਵਾਰ ਨੂੰ ਆ ਫੜਨਗੇ। ਰਹਿਓ ਨਾ ਥਾਨ ਕਹੋ ਮੁਝ ਜਾਣਾ। ਮੇਰੇ ਤੇ ਜਾਣ ਵਾਸਤੇ ਕਿਤੇ ਵੀ ਸਤਿਗੁਰੂ ਜੀ ਹੁਣ ਥਾਂ ਹੀ ਨਹੀਂ ਰਹਿ ਗਿਆ। ਸਰਨ ਆਇਓ ਮੈਂ ਕਿਰਪਾ ਨਿਧਾਨੇ। ਕਿਰਪਾ ਦੇ ਖਜ਼ਾਨੇ ਗੁਰੂ ਪਰਮੇਸ਼ਰ ਜੀ, ਮੈਂ ਤੁਹਾਡੀ ਸ਼ਰਨ ਆਇਆ ਹਾਂ ਗਰੀਬ। ਇੱਕ ਤੋ ਗਈ ਜੀਵ ਕਾ ਸਾਰੀ। ਇੱਕ ਤੇ ਮਹਾਰਾਜ ਇਹ ਦੁੰਬਿਆਂ ਨੂੰ ਚਾਰ ਚੂਰ ਕੇ ਮੈਨੂੰ ਕੁਝ ਪੈਸੇ ਮਿਲਦੇ ਸੀ, ਉਹਦੇ ਨਾਲ ਮੈਂ ਆਪਣਾ ਟੱਬਰ ਟੀਰ ਪਰਿਵਾਰ ਬੱਚੇ ਪਾਲਦਾ ਸੀ। ਉਹ ਹੁਣ ਮਰ ਗਏ ਆ, ਪੈਸਾ ਮੈਨੂੰ ਕਿਹਨੇ ਦੇਣਾ, ਸਗੋਂ ਮੈਂ ਤੇ ਫੜਿਆ ਹੀ ਜਾਣਾ। ਇੱਕ ਤੇ ਮੇਰੀ ਗੁਜ਼ਰ ਗੁਜ਼ਾਰਾ ਜੀਵਕਾ ਸਾਰੀ ਚਲੀ ਗਈ ਹੈ। ਨਰ ਦੇਵ ਹੰਕਾਰੀ। ਦੂਸਰਾ ਮਹਾਰਾਜ ਉਹ ਦੁੰਬਿਆਂ ਦੇ ਮਾਲਕ ਮੈਨੂੰ ਫੜ ਲੈਣਗੇ, ਫਿਰ ਗਾਲਾਂ ਕੱਢਣਗੇ, ਉਹ ਮੂਰਖਾ ਚੌਰਿਆ ਕਿੱਥੇ ਮਰਵਾਇਆ ਸਾਡੇ ਦੁੰਬੇ। ਸਨਕਾ ਕਿਰਪਾ ਕੀਨ ਗੁਣ ਖਾਨੇ। ਗੁਣਾਂ ਦੀ ਖਾਨ ਸਤਿਗੁਰ ਜੀ ਨੇ ਸੁਣ ਕੇ ਇਹ ਅਯਾਲੀ ਤੋਂ ਤੇ ਬੜੀ ਕਿਰਪਾ ਹੀ ਕੀਤੀ। ਵਿਗਸਤ ਮੰਦ ਕਹੀ ਵਿਦਬਾਨੀ। ਹਾਸੇ ਹੈ ਗੁਰੂ ਮਹਾਰਾਜ ਹੌਲੀ ਹੌਲੀ ਹੱਸੇ, ਥੋੜਾ ਥੋੜਾ ਮੁਸਕਰਾਏ ਹੈ ਤੇ ਬਹੁਤ ਕੋਮਲ ਤੇ ਪਿਆਰੀ ਬਾਣੀ ਕਹੀ ਹੈ। ਜਹਾਂ ਮਰੇ ਹੈ ਦੁੰਬੇ ਤੋਰੇ। ਮਹਾਰਾਜ ਕਹਿੰਦੇ ਮੈਂ ਫਿਕਰ ਨਾ ਕਰ ਭਾਈ, ਜਿੱਥੇ ਤੇਰੇ ਦੁੰਬੇ ਮਰੇ ਪਏ ਹੈ ਚੱਲ ਕਰ ਜਾਓ ਅਬੈ ਤਿਸ ਠੌਰੇ। ਤੂੰ ਉਸ ਥਾਂ ਤੇ ਚੱਲ ਕਰਕੇ ਹੁਣ ਚਲਿਆ ਜਾ। ਵਾਹਿਗੁਰੂ ਮੁਖ ਨਾਮ ਉਚਰੀਏ। ਤੇ ਜਾ ਕੇ ਉੱਥੇ ਵਾਹਿਗੁਰੂ ਵਾਹਿਗੁਰੂ ਇਹ ਮੁਖ ਤੋਂ ਨਾਮ ਉਚਾਰ। ਦੁੰਬੇ ਸਰਬ ਜਿਵਾਏ ਉਠਰੀਏ। ਜਿਹੜੇ ਤੇਰੇ ਸਾਰੇ ਦੁੰਬੇ ਮਰੇ ਪਏ ਆ ਉਹਨਾਂ ਨੂੰ ਜਵਾ ਕੇ ਤੇ ਉਠਾ ਲਈਏ। ਸੁਣਤ ਬਚਨ ਹਿਰਦੇ ਹਰ ਖਾਨਾ। ਸਤਿਗੁਰ ਜੀ ਦਾ ਬਚਨ ਸੁਣਦਿਆਂ ਹੀ ਇਹ ਹਿਰਦੇ ਵਿੱਚ ਬਹੁਤ ਪ੍ਰਸੰਨ ਖੁਸ਼ ਹੋਇਆ ਹੈ। ਘਰ ਬੰਧਨ ਗਮਨ ਉਤੇ ਥਾਨਾ। ਤੇ ਗੁਰੂ ਜੀ ਨੂੰ ਮੱਥਾ ਟੇਕ ਕੇ ਉਸੇ ਥਾਂ ਬੜਾ ਦੌੜ ਕੇ ਚਲਾ ਗਿਆ। ਵਾਹਿਗੁਰੂ ਕਹਿ ਸਦਾ ਜਿਵਾਰੇ। ਜਾ ਕੇ ਕੀ ਕਹਿੰਦਾ, ਵਾਹਿਗੁਰੂ ਕਹਿੰਦਾ ਹੈ। ਵਾਹਿਗੁਰੂ ਕਹਿ ਕੇ ਇੱਕ ਨੂੰ ਉਠਾ ਲੈਂਦਾ, ਫਿਰ ਵਾਹਿਗੁਰੂ ਕਹਿੰਦਾ ਦੂਜੇ ਨੂੰ ਉਠਾ ਲੈਂਦਾ ਦੁੰਬੇ ਨੂੰ। ਐਵੇਂ ਵਾਹਿਗੁਰੂ ਕਹਿ ਕੇ ਸਾਰੇ ਜਵਾ ਲਏ ਐ। ਉੱਠ ਕੇ ਚਰਨ ਲੱਗੇ ਬਨ ਸਾਰੇ। ਉਹ ਸਾਰੇ ਜਿਹੜੇ ਦੁੰਬੇ ਮਰੇ ਹੋਏ ਸੀ ਉੱਠ ਕੇ ਉਸੇ ਤਰ੍ਹਾਂ ਹੀ ਚਰਨ ਲੱਗੇ ਐ, ਬੜਾ ਹਰਾ ਹਰਾ ਘਾਹ। ਇਸ ਪ੍ਰਕਾਰ ਕੋ ਅਚਰਜ ਦੇਖਾ। ਇਸ ਪ੍ਰਕਾਰ ਦਾ ਜਦੋਂ ਇਹ ਅਯਾਲੀ ਨੇ ਆਸ਼ਚਰਜੀ ਕੌਤਕ ਦੇਖਿਆ ਚੋਜ। ਹਿਰਦੇ ਚਕ੍ਰਿਤ ਭਇਓ ਵਿਸੇਖਾ। ਹਿਰਦੇ ਵਿੱਚ ਬਹੁਤ ਹੀ ਹੱਕਾ ਬੱਕਾ ਹੋਇਆ, ਵਿਸ਼ੇਸ਼ ਕਰਕੇ ਚਕ੍ਰਿਤ ਆਸ਼ਚਰਜ ਹੋਇਆ ਹੈ। ਤਹ ਸਥਾਨ ਦੁੰਬੇ ਤਜ ਬ੍ਰਿੰਦਾ। ਇਹਨੂੰ ਤੇ ਸਾਧ ਸੰਗਤ ਜੀ ਨੇ ਹੈਰਾਨੀ ਹੋਈ ਵੀ ਆਹ ਤੇ ਕਲਾ ਹੀ ਵਰਤ ਗਈ ਪਰਮੇਸ਼ਰ ਦੀ, ਜਿਸ ਕਰਕੇ ਉਸੇ ਸਥਾਨ ਤੇ ਸਾਰੇ ਦੇ ਸਾਰੇ ਦੁੰਬੇ ਛੱਡ ਕੇ ਬੈਠਿਓ ਨਿਕਟ ਆਨ ਸੁਖ ਕੰਦਾ। ਜੋ ਸੁੱਖਾਂ ਦੇ ਦਾਤੇ ਹੈ, ਸੁੱਖਾਂ ਦੇ ਬੱਦਲ ਹੈ, ਜੋ ਸੁੱਖਾਂ ਦੇ ਮੋਢ ਹੈ, ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਸਤਿਗੁਰਾਂ ਦੇ ਕੋਲ ਆਣ ਕੇ ਬੈਠਾ। ਕਹਿ ਕੇ ਅਬ ਮੈਂ ਕਹੂੰ ਨਾ ਜਾਵਾਂ। ਇੱਥੇ ਆ ਕੇ ਕੋਲ ਬਹਿ ਗਿਆ ਸਤਿਗੁਰਾਂ ਦੇ, ਕਹਿਣ ਲੱਗਾ ਹੇ ਗੁਰੂ ਮਹਾਰਾਜ ਹੁਣ ਮੈਂ ਕਦੀ ਨਹੀਂ ਜਾਵਾਂਗਾ ਤੁਹਾਨੂੰ ਛੱਡ ਕੇ ਕਿਤੇ। ਤੁਮਾਰੇ ਪਗ ਕੀ ਸੇਵ ਕਮਾਵਾ। ਮੈਂ ਤੇ ਹੁਣ ਮਰਦੇ ਦਮ ਤੱਕ ਤੁਹਾਡੇ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਟਹਿਲ ਕਮਾਵਾਂਗਾ ਜੀ। ਇਹ ਕਹਿ ਰਹੇ ਨਾ ਗਇਓ ਅਵਾਸਾ। ਗੁਰੂ ਸਾਹਿਬ ਜੀ ਨੂੰ ਕਹਿ ਰਹੇ ਵੀ ਨਹੀਂ ਨਹੀਂ ਤੂੰ ਆਪਣੇ ਘਰ ਚਲਿਆ ਜਾ, ਤੇਰਾ ਪਰਿਵਾਰ ਡੀਕਦਾ ਹੋਏਗਾ, ਪਰ ਇਹ ਆਪਣੇ ਘਰ ਹੀ ਨਹੀਂ ਗਿਆ। ਰਹਿਓ ਰਾਨ ਸਤਿਗੁਰ ਕੇ ਪਾਸਾ। ਉਹ ਜਿਹੜੀ ਰਾਤ ਹੈ ਸਤਿਗੁਰ ਜੀ ਦੇ ਪਾਸ ਹੀ ਰਿਹਾ ਇਹ ਵਿਚਾਰਾ ਚਰਾਵਾ। ਭਈ ਭੋਰ ਦੁੰਬਨ ਕੇ ਮਾਲਕ। ਫਿਰ ਜਿਹੜੀ ਹੈ ਨਾ ਸਵੇਰ ਹੋਈ ਹੈ, ਇੱਧਰ ਜਿਹੜੇ ਦੁੰਬਿਆਂ ਦੇ ਮਾਲਕ ਸਨ ਭੋਜਨ ਲੱਗੇ ਵਿਪਨ ਤਤਕਾਲਕ। ਉਹ ਜੰਗਲ ਬਾਗ ਦੇ ਵਿੱਚ ਜਿਹੜਾ ਬਨ ਜੰਗਲ ਸੀ
ਉਹਦੇ ਵਿੱਚ ਵੜ ਕੇ ਬੜੀ ਛੇਤੀ ਮੱਲੋ ਮੱਲੀ ਲੱਭਣ ਲੱਗੇ ਆਪਣੇ ਦੁੰਬੇ। ਸਤਿਗੁਰ ਨਿਕਟ ਕਿਤਕ ਨਰ ਆਏ। ਕੁਝ ਕੁ ਜਿਹੜੇ ਉਹਨਾਂ ਵਿੱਚੋਂ ਪੁਰਸ਼ ਸੀ ਉਹ ਸਤਿਗੁਰ ਜੀ ਦੇ ਕੋਲ ਆ ਪਹੁੰਚੇ। ਸਹਿਬ ਲੋਕਤ ਬਨ ਲਾਏ। ਉੱਥੇ ਹੀ ਉਹ ਵਿਚਾਰਾ ਹੁਣ ਅਯਾਲੀ ਬੈਠਾ ਸੀ, ਦੁੰਬਿਆਂ ਦਾ ਚਰਾਵਾ, ਉਹਨਾਂ ਦਾ ਨੌਕਰ। ਉਹਨੂੰ ਵੇਖ ਕੇ ਉਹਨਾਂ ਸਾਰਿਆਂ ਨੇ ਬਚਨ ਕਹੇ। ਜੜ ਤੂੰ ਬੈਠ ਰਹਿਓ ਇਹ ਥਾਏ। ਉਹ ਕਹਿੰਦੇ ਮੂਰਖਾ, ਤੂੰ ਆਹ ਥਾਂ ਤੇ ਬੈਠਾ ਹੋਇਆ ਮੌਜ ਨਾਲ, ਸਗਰੇ ਦੰਬੇ ਕਹਾਂ ਗਵਾਏ। ਤੂੰ ਇੱਥੇ ਬੈਠਾ ਹੋਇਆ ਹੀ ਲੱਭ ਲੱਭ ਕਮਲੇ ਹੋ ਰਹੇ ਆ। ਆ ਵੀ ਸਾਡੇ ਜਿਹੜੇ ਸਾਰੇ ਦੁੰਬੇ ਤੂੰ ਕਿੱਥੇ ਗਵਾਇਆ ਹੈ? ਕਿਹ ਸਥਾਨ ਮਹਿ ਦੀਨ ਦਰਾਏ। ਕਿਹੜੇ ਤੂੰ ਸਥਾਨ ਵਿੱਚ ਉਹਨਾਂ ਨੂੰ ਛੁਪਾ ਦਿੱਤਾ, ਲੁਕਾਏ ਐ? ਦੱਸ ਪਹਿਲਾਂ। ਜਹ ਮਾਰਹ ਨਤੂ ਦੇਹੋ ਬਦਾਏ। ਨਤੂ ਨਹੀਂ ਨਤ, ਗਹਿ ਮਾਰ ਹੈ ਨਤ। ਕਹਿੰਦੇ ਆ ਦੱਸਦੇ ਨਹੀਂ ਤੇ ਤੈਨੂੰ ਮਾਰਾਂਗੇ ਸਲੋਤਰਾਂ ਨਾਲ। ਸੁਣ ਕਰ ਬੋਲਿਓ ਬਚਨ ਅਯਾਲੀ। ਸੁਣ ਕਰਕੇ ਉਹ ਦੁੰਬਿਆਂ ਦਾ ਚਰਾਵਾ ਅਯਾਲੀ ਬਚਨ ਬੋਲਿਆ। ਇਹਾ ਨਾ ਬੋਲੋ ਗਿਰਾ ਕੁਡਾਲੀ। ਉਹ ਕਹਿੰਦਾ ਮਾਲਕੋ ਜ਼ੁਬਾਨ ਥੋੜੀ ਨੀਵੀਂ ਰੱਖੋ, ਇੱਥੇ ਨਾ ਮੈਂ ਖੋਟੀ ਜੀ ਬੋਲੀ ਬੋਲੋ, ਇੱਥੇ ਕੋਈ ਨਾ ਮਾੜੀ ਬੋਲੀ ਬੋਲੋ, ਪੁੱਠਾ ਬਿਲਕੁਲ ਨਾ ਬੋਲੋ ਇੱਥੇ। ਸੰਤ ਨਿਕਟ ਕਲ ਮੈਂ ਜਬ ਆਵਾ। ਕੱਲ ਮੈਂ ਜਬ ਆਵਾ, ਕਹਿੰਦਾ ਸੁਣੋ ਮੇਰੀ ਗੱਲ। ਕੱਲ ਜਦੋਂ ਮੈਂ ਆ ਸੰਤਾਂ ਦੇ ਕੋਲ ਆਇਆ ਸੀ, ਕਰੀ ਬੇਅਦਬੀ ਪਰਖ ਅਲਾਵਾ। ਤੁਹਾਡੇ ਵਾਂਗ ਹੀ ਬੜੇ ਜਿਹੜੇ ਕਠੋਰਤਾਈ ਦੇ ਬਚਨ ਜੇ ਕਹਿ ਕੇ ਤੇ ਇਹਨਾਂ ਦੀ ਬੇਅਦਬੀ ਕੀਤੀ ਸੀ। ਮੈਂ ਵੀ ਬੜਾ ਬਕਵਾਸ ਕਰਦਾ ਸਾਂ ਕੱਲ। ਭਾਤਤ ਛਿਣ ਦੰਬਨ ਕੋ ਨਾਸਾ। ਜਦੋਂ ਮੈਂ ਉਹ ਕਠੋਰ ਜੇ ਬਚਨ ਬੋਲਿਆ, ਉਸੇ ਵੇਲੇ ਸਾਰੇ ਦੁੰਬਿਆਂ ਦਾ ਬੜੀ ਛੇਤੀ ਨਾਸ ਹੋ ਗਿਆ, ਸਾਰੇ ਮਰ ਖਪ ਗਏ। ਤਿਨ ਪਿਖ ਪੁਨ ਆਇਓ ਦਿਨ ਪਾਸਾ। ਉਹਨਾਂ ਨੂੰ ਵੇਖ ਕੇ ਮਰੇ ਹੋਇਆਂ ਨੂੰ ਤੇ ਮੈਂ ਸੰਤਾਂ ਦੇ ਪਾਸ ਆਇਆ ਛੇਤੀ ਨਾਲ ਦੇ ਕੇ। ਆਨ ਬੇਨਤੀ ਕੀਨ ਅਗਾਰੀ। ਤੇ ਇਹਨਾਂ ਪਾਸ ਆ ਕੇ ਹੱਥ ਜੋੜ ਕੇ ਸਨਮੁਖ ਹੋ ਕੇ ਬੇਨਤੀ ਕੀਤੀ। ਬੰਦੇ ਚਰਨ ਮਹਾ ਸੁਖਕਾਰੀ। ਜੋ ਮੌਤ ਦਾ ਸੁਖ ਕਰਨ ਵਾਲੇ ਇਹਨਾਂ ਦੇ ਚਰਨ, ਉਹਨਾਂ ਤੇ ਮੈਂ ਮੱਥਾ ਟੇਕਿਆ ਆਣ ਕੇ। ਮਾਈ ਚਰਨ ਗੁਰ ਮੀਠੇ। ਸੁਨਤ ਸੰਤ ਇਨ ਭਜਨ ਉਚਾਰੇ। ਸੁਣਦਿਆਂ ਸਾਰੇ ਜਿਹੜੇ ਸੰਤ ਹੈ, ਮੈਂ ਕਿਹਾ ਵੀ ਸੰਤੋ ਅੱਜ ਬੜੀ ਮਾੜੀ ਗੱਲ ਹੋ ਗਈ, ਮੇਰੇ ਸਾਰੇ ਦੁੰਬੇ ਮਾਰੇ ਗਏ ਆ ਤੁਹਾਡੇ ਅੱਗੇ ਬੋਲ ਕਬੋਲ ਬੋਲਣੇ ਕਰਕੇ। ਮੇਰੇ ਬਚਨ ਸੁਣਦਿਆਂ ਹੀ ਇਹਨਾਂ ਸੰਤਾਂ ਨੇ ਬਚਨ ਕਹੇ। ਵਾਹਿਗੁਰੂ ਕਹਿ ਲਿਓ ਜਿਵਾਰੇ। ਪਿਆ ਆਲੀਆ ਤੂੰ ਕਾਹਨੂੰ ਫਿਕਰ ਕਰਦਾ, ਵਾਹਿਗੁਰੂ ਕਹਿ ਕੇ ਆਪਣੇ ਸਾਰੇ ਦੁੰਬੇ ਤੂੰ ਜਵਾ ਲਾ, ਉਹਨਾਂ ਨੂੰ ਜੀਵਤ ਕਰ ਲਾ। ਜਾਏ ਤਹਾਂ ਸੋ ਬਿਦ ਮੈਂ ਕੀਨਾ। ਮੈਂ ਇਹਨਾਂ ਦੇ ਬਚਨ ਸੁਣ ਕੇ ਉੱਥੇ ਜਾ ਕੇ ਥਾਂ ਤੇ ਉਸੇ ਢੰਗ ਤਰੀਕੇ ਨਾਲ ਉਹੀ ਵਿਧੀ ਕੀਤੀ ਸੀ। ਮਾਰੇ ਜਿਤੇ ਜਿਵਾਏ ਸੋ ਦੀਨਾ। ਜਿੰਨੇ ਉਹ ਦੁੰਬੇ ਮਰੇ ਪਏ ਸੀ ਉਹ ਸਾਰੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਮੈਂ ਜਵਾ ਦਿੱਤੇ। ਇਹ ਮੂਰਤ ਹੈ ਆਪ ਖੁਦ ਆਏ। ਇਹ ਜੋ ਸੰਤ ਬੈਠੇ ਹੋਏ ਨਾ, ਇਹਨਾਂ ਨੂੰ ਇਹ ਨਾ ਕਹੋ ਤੁਸੀਂ ਵੀ ਐਵੇਂ ਬੈਠੇ ਹੋਏ ਆ, ਇਹ ਤੇ ਆਪ ਖੁਦਾ ਹੀ ਆ ਕੇ ਬੈਠਾ ਹੋਇਆ ਹੈ, ਆਪ ਹੀ ਖੁਦਾ ਦੀ ਮੂਰਤ ਸਰੂਪ ਹੈ। ਕਿਉਂਕਿ ਕਸ਼ਮੀਰ ਦੀ ਕਥਾ ਹੈ, ਕਸ਼ਮੀਰ ਵਿੱਚ ਉਦੋਂ ਵੀ ਮੁਸਲਮਾਨ ਸਨ, ਅੱਜ ਵੀ ਮੁਸਲਮਾਨ ਹੈ। ਤੇ ਉੱਥੇ ਮੁਸਲਮਾਨਾਂ ਵਿੱਚ ਸਤਿਗੁਰੂ ਜੀ ਗਏ ਹੋਏ ਸੀ, ਜਿਸ ਕਰਕੇ ਇਹ ਖੁਦਾ ਕਹਿ ਰਿਹਾ ਵੀ ਇਹ ਤੇ ਆਪ ਹੀ ਖੁਦਾ ਦੀ ਮੂਰਤ ਆਏ ਹੋਏ ਆ ਸੰਤ। ਮੁਝ ਤੇ ਸੰਗ ਨਾ ਛੱਡਿਓ ਜਾਏ। ਇਸ ਕਰਕੇ ਵੀ ਇਹਨਾਂ ਸੰਤਾਂ ਦਾ ਜਿਹੜਾ ਸੰਗ ਸਾਥ ਮੇਰੇ ਤੋਂ ਤੇ ਛੱਡਿਆ ਨਹੀਂ ਜਾਏਗਾ, ਮੈਂ ਨਹੀਂ ਛੱਡ ਕੇ ਜਾਵਾਂਗਾ। ਦੁੰਬੇ ਚਾਰਨ ਤੁਮਰੇ ਤਿਆਗੇ। ਜਿਹੜੇ ਤੁਹਾਡੇ ਦੁੰਬੇ ਆ ਨਾ, ਇਹ ਮੈਂ ਚਾਰਨੇ ਬਿਲਕੁਲ ਹੁਣ ਛੱਡ ਦਿੱਤੇ, ਮੈਂ ਨਹੀਂ ਹੁਣ ਕਿਸੇ ਦਾ ਦੁੰਬਾ ਚਾਰਨਾ। ਖੋਜ ਲਿਓ ਬਨ ਮੈਂ ਅਬ ਆਗੇ। ਹੁਣ ਤੁਸੀਂ ਅੱਗੇ ਜਾ ਕੇ ਜੰਗਲ ਵਿੱਚ ਤੇ ਉਹਨਾਂ ਨੂੰ ਲੱਭ ਲਓ।
मोर भरोसा शोर बहोरी। ਫਿਰ ਜਿਹੜਾ ਮੇਰਾ ਭਰੋਸਾ ਨਾ ਉਹ ਛੱਡ ਦਿਓ ਵੀ ਮੈਂ ਹੁਣ ਤੁਹਾਡੇ ਦੁੰਬੇ ਚਾਰਾਂਗਾ, ਇਹ ਕੰਮ ਮੈਂ ਬਿਲਕੁਲ ਨਹੀਂ ਕਰਨਾ। माल संभालो विपन टंडोरी। ਵਿਪਨ ਜੰਗਲ ਵਿੱਚ ਲੱਭ ਕੇ ਤੇ ਆਪਣਾ ਦੁੰਬਿਆਂ ਦਾ ਮਾਲ ਸੰਭਾਲ ਲਓ। मानव सर्ब सुने बिसमाने। ਇਹ ਸਾਰੇ ਮਨੁੱਖੀ ਸੁਣ ਕੇ ਬੜੇ ਆਸ਼ਚर्य ਹੋਏ ਐ। साच बिरतांत जब है मन जाने। ਜਦੋਂ ਇਹਨਾਂ ਨੇ ਸਾਰਾ ਬਿਰਤਾਂਤ ਪ੍ਰਸੰਗ ਸੱਚ ਜਾਣਿਆ ਮਨ ਵਿੱਚ, गुर पद बंधन कीनी सब ही। ਸਾਰਿਆਂ ਨੇ ਸਤਿਗੁਰ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। खोजो बहुत विपन को तब ही। ਮੱਥਾ ਟੇਕ ਕੇ ਫਿਰ ਜੰਗਲ ਨੂੰ ਇਹਨਾਂ ਨੇ ਬਹੁਤ ਲੱਭਿਆ ਢੂੰਡਿਆ ਹੈ। दुम्बे लेत गरी न आए। ਜੰਗਲ ਵਿੱਚ ਜਾ ਕੇ ਬਹੁਤ ਦੁੰਬਿਆਂ ਨੂੰ ਖੋਜਿਆ ਲੱਭਿਆ ਹੈ ਤੇ ਉਹ ਜਿਹੜੇ ਆਪਣੇ ਦੁੰਬੇ ਲੈ ਕੇ ਸਾਰੇ ਤੇ ਆਪੋ ਆਪਣੇ ਘਰਾਂ ਵਿੱਚ ਨਗਰੀ ਵਿੱਚ ਚਲੇ ਗਏ। जस गुर का तब बड़े महाए। ਜਸ ਗੁਰ ਕਾ ਤਬ ਬੜਿਓ ਮਹਾਏ। ਜਦੋਂ ਫਿਰ ਇਹ ਕੁਝ ਵੇਖਿਆ ਸਾਹਮਣੇ, ਸਤਿਗੁਰ ਜੀ ਦਾ ਜਸ ਉਸ ਨਗਰੀ ਕਸ਼ਮੀਰ ਵਿੱਚ ਬਹੁਤ ਵਧਿਆ ਹੈ। सभी लोग मिल चरनी लागे। ਸਾਰੇ ਲੋਕ ਮਿਲ ਜੁਲ ਕੇ ਸਤਿਗੁਰ ਜੀ ਦੇ ਚਰਨੀ ਲੱਗੇ ਕਸ਼ਮੀਰ ਦੇ बेटा तरह उपायन आगे। ਤੇ ਸਤਿਗੁਰ ਜੀ ਦੇ ਚਰਨਾਂ ਦੇ ਅੱਗੇ ਲਿਆ ਕੇ ਭੇਟਾ ਰੱਖਣ ਲੱਗੇ। खुशी हान श्री गुर की लागी। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਾਰਿਆਂ ਉੱਪਰ ਖੁਸ਼ੀ ਹੋਣ ਲੱਗੀ ਹੈ। बाहुल लेन लगे बड़ भागी। ਵੱਡਿਆਂ ਭਾਗਾਂ ਵਾਲੇ ਕਸ਼ਮੀਰੀ ਲੋਕ ਸਤਿਗੁਰ ਜੀ ਦੇ ਚਰਨਾਂ ਦੀ ਪੌਲ ਲੈਣ ਲੱਗੇ। सतगुर को सिमरन मुख करही। ਗੁਰੂ ਜੀ ਦੇ ਕਹੇ ਅਨੁਸਾਰ ਸਤ ਗੁਰੂ ਪਰਮੇਸ਼ਰ ਹੈ ਜੋ ਉਹਨਾਂ ਦਾ ਜੋ ਸਿਮਰਨ ਵਾਹਿਗੁਰੂ ਵਾਹਿਗੁਰੂ ਹੈ ਸਾਰੇ ਮੁਖੋਂ ਕਰਨ ਲੱਗੇ। सर्ब विकार हृदय पर हरही। ਜਿੰਨੇ ਸਾਰੇ ਹਿਰਦੇ ਦੇ ਵਿਕਾਰ ਹੈ ਉਹਨਾਂ ਨੂੰ ਨਾਸ ਕਰਨ ਲੱਗੇ, ਨਾਸ ਕਰ ਰਹੇ ਸੀ। गुर मह गवने पुन गुन खानी। ਫਿਰ ਕਸ਼ਮੀਰ ਨਗਰੀ ਦੇ ਵਿੱਚ ਗੁਣਾਂ ਦੀ ਖਾਂ ਸਤਿਗੁਰੂ ਜੀ ਚਲੇ ਗਏ। धर्मशाल एक रची महानी। ਜਿਹੜੀ ਧਰਮ ਦੀ ਜਗ੍ਹਾ ਬੜੀ ਸੋਹਣੀ ਜਿਹੜੀ ਸੁੰਦਰ ਬਣਾਈ ਹੈ, ਰਚੀ ਹੈ, ਮਹਾਨ ਵੱਡੀ। नाम दान स्नान दृढ़ायो। ਸਭ ਨੂੰ ਇਹ ਗੱਲ ਕਹੀ ਹੈ ਭਾਈ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਹੈ, ਫਿਰ ਨਾਮ ਜਪਣਾ ਹੈ, ਧਰਮ ਦੀ ਕਿਰਤ ਕਰਕੇ ਦਾਨ ਕਰਨਾ ਹੈ, ਪੱਕਿਆਂ ਕੀਤਾ ਹੈ। ਤੇ ਵੇਖ ਲਓ ਇਤਿਹਾਸ ਵਿੱਚ ਸਾਰੇ ਜਿੰਨੇ ਪ੍ਰਸੰਗ ਆ ਰਹੇ ਇਹੀ ਕਥਨ ਆ ਰਿਹਾ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਫਿਰ ਨਾਮ ਜਪਣਾ ਹੈ, ਫਿਰ ਧਰਮ ਦੀ ਕਿਰਤ ਕਰਕੇ ਦਾਨ ਕਰਨਾ ਤੇ ਵੰਡ ਛਕਣਾ ਹੈ। ਤੇ ਜਿਨ੍ਹਾਂ ਲੋਕਾਂ ਨੇ ਆਹ ਗੱਲ ਬਣਾਈ ਹੋਈ ਪੁੱਠੀ ਜੀ, ਆਖੇ ਜੀ ਪਹਿਲਾਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਉਹਨਾਂ ਨੂੰ ਪੁੱਛਿਆ ਜਾਵੇ ਵੀ ਹੁਣ ਆ ਜਿਹੜਾ ਬੱਚਾ ਜੰਮਦਾ ਇਹ ਕਿਹੜੀ ਕਿਰਤ ਕਰੇਗਾ ਭਲਾ? 20 ਸਾਲ 30 ਸਾਲ ਤੱਕ ਤੇ ਲੋਕ ਪੜ੍ਹਦੇ ਰਹਿੰਦੇ ਆ, ਦੱਸੋ ਵੀ ਉਹ ਕਿਹੜੀ ਕਿਰਤ ਕਰਨਗੇ ਹੈ? ਤੇ ਉਹ 30 ਸਾਲ ਪਹਿਲਾਂ ਕਦੋਂ ਉਹ ਕਿਰਤ ਕਰਨਗੇ, ਨੌਕਰੀ ਲੱਗਣਗੇ, ਫਿਰ ਕਦੋਂ ਉਹ ਨਾਮ ਜਪਣਗੇ? ਇਸ ਕਰਕੇ ਜਿਹੜੀਆਂ ਕੋਈ ਗੱਲਾਂ ਆਪਣੇ ਕੋਲੋਂ ਬਣਾ ਲੈਣੀਆਂ ਇਹ ਤੇ ਦੁਖਦਾਈ ਹੁੰਦੀਆਂ। ਇੱਕ ਦਿਨ ਗੁਰੂ ਘਰ ਦਾ ਜੋ ਸਿਧਾਂਤ ਉਹ ਇਹੀ ਹੈ ਕਿ ਪਹਿਲਾਂ ਨਾਮ ਜਪਣਾ ਹੈ, ਫਿਰ ਵੰਡ ਛਕਣਾ ਹੈ, ਜਿਹੜੀ ਫਿਰ ਧਰਮ ਦੀ ਕਿਰਤ ਕਰਨੀ ਦੂਸਰੇ ਨੰਬਰ 'ਤੇ, ਫਿਰ ਵੰਡ ਛਕਣਾ ਹੈ। ਤੇ ਜਿਹੜਾ ਆਹ ਕਹਿ ਲੈਣਾ ਵੀ ਆਪਣੇ ਪੱਖ ਦੀ ਗੱਲ ਅੱਗੇ ਰੱਖ ਕੇ ਵੀ ਗੁਰੂ ਨਾਨਕ ਜੀ ਨੇ ਕਿਹਾ ਹੈ ਜੀ ਕਿਰਤ ਕਰਨੀ ਹੈ, ਨਾਮ ਜਪਣਾ, ਵੰਡ ਛਕਣਾ, ਇਹ ਤੇ ਬਿਲਕੁਲ ਉਲਟੀ ਰੀਤੀ ਹੈ। ਹੁਣ ਤੁਸੀਂ ਸ਼ਾਮ ਨੂੰ ਸਵੇਰ ਕਹੀ ਜਾਓ, ਸਵੇਰ ਨੂੰ ਸ਼ਾਮ ਕਹੀ ਜਾਓ, ਤੇ ਸਿਆਣਪ ਵਾਲੀ ਗੱਲ ਤਾਂ ਨਹੀਂ ਨਾ ਹੈਗੀ। ਸ਼ਾਮਾਂ ਨੇ ਸ਼ਾਮਾਂ ਹੀ ਰਹਿਣਾ ਹੈ, ਸਵੇਰ ਨੇ ਸਵੇਰ ਹੀ ਰਹਿਣਾ ਹੈ, ਰਾਤ ਨੇ ਰਾਤ ਰਹਿਣਾ ਹੈ, ਸੂਰਜ ਨੇ ਦਿਨ ਰਹਿਣਾ ਹੈ, ਚੰਦਰਮਾ ਨੇ ਚੰਦਰਮਾ ਰਹਿਣਾ ਹੈ, ਸੂਰਜ ਨੇ ਸੂਰਜ ਰਹਿਣਾ ਹੈ। ਇਸੇ ਤਰ੍ਹਾਂ ਜਿਹੜਾ ਨਾਮ ਦਾ ਸਮਾਂ ਉਹ ਨਾਮ ਦਾ ਸਮਾਂ ਹੀ ਰਹਿਣਾ ਹੈ, ਜਿਹੜਾ ਕਿਰਤ ਦਾ ਸਮਾਂ ਉਹ ਕਿਰਤ ਦਾ ਰਹਿਣਾ ਹੈ। ਇਸ ਕਰਕੇ ਵੀ ਹੁਣ ਅਸੀਂ ਛੋਟੇ ਹਾਂ, 10 ਸਾਲਾਂ ਦੇ ਹਾਂ, 15 ਸਾਲਾਂ ਦੇ ਹਾਂ, 20 ਸਾਲਾਂ ਦੇ ਹਾਂ, ਤੇ ਕੋਈ ਕਿਰਤ ਅਸੀਂ ਕੀ ਕਰਨੀ ਉਦੋਂ ਭਲਾ? ਬੱਚਾ ਤੇ ਕੋਈ ਕਿਰਤ ਨਹੀਂ ਨਾ ਕਰ ਸਕਦਾ।
ਹਾਂ ਨਾਮ ਜ਼ਰੂਰ ਜਪ ਸਕਦਾ ਇਸ਼ਨਾਨ ਕਰਕੇ, ਮਾਤਾ ਪਿਤਾ ਨਾਲ ਉੱਠੇ, ਜਿੱਥੇ ਮਾਤਾ ਪਿਤਾ ਨੂੰ ਇਹ ਚੰਗੀ ਹਦਾਇਤ ਹੋਵੇ, ਮਾਂ ਪਿਓ ਇਸ਼ਨਾਨ ਕਰਕੇ ਨਾਮ 'ਚ ਬੈਠਣ ਅਤੇ ਆਪਣੇ ਧੀ ਪੁੱਤ ਨੂੰ ਵੀ ਕਹਿਣ, ਪੁੱਤਰ ਜਿੰਨਾ ਜਪਿਆ ਜਾਂਦਾ 10-20 ਮਿੰਟ ਤੂੰ ਹੀ ਜਪ ਲਾ। ਇਹ ਤਾਂ ਕੁਝ ਹੋ ਸਕਦਾ ਹੈ। ਹੁਣ ਜੇ ਮਾਂ ਪਿਓ ਆਖੇ ਵੀ ਪਹਿਲਾਂ ਕਿਰਤ ਕਰੇ ਸਾਡਾ ਬੱਚਾ, ਉਹ ਪਹਿਲਾਂ 30 ਸਾਲ ਲੱਗਣਗੇ ਵੱਡਿਆਂ ਹੁੰਦਿਆਂ, ਫਿਰ ਉਹਨੂੰ ਨੌਕਰੀ ਮਿਲੇਗੀ, ਜੇ ਨੌਕਰੀ ਨਹੀਂ ਮਿਲੇਗੀ ਦਿਹਾੜੀ ਕਰੇਗਾ ਵਿਚਾਰਾ, ਫਿਰ ਉਹ ਕਿਰਤ ਜਾ ਕੇ ਨਾਮ ਜਪੇਗਾ। ਇਸ ਕਰਕੇ ਜਿਹੜਾ ਗੁਰੂ ਘਰ ਦਾ ਸਿਧਾਂਤ ਹੈ ਉਹਨੂੰ ਸਮਝਣਾ ਚਾਹੀਦਾ ਹੈ, ਆਪਣੀ ਮੱਤ ਤਿਆਗਣੀ ਚਾਹੀਦੀ। ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਭਗਤੀ ਤੋਂ ਬਿਨਾਂ ਲੋਕ ਡੁੱਬ ਗਏ ਹਨ। ਨਾਮ ਦਾਨ ਇਸ਼ਨਾਨ ਦੜਾਇਓ। ਇਹ ਕਿਹਾ ਹੈ ਵੀ ਸਭ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਹੈ, ਫਿਰ ਜਿਹੜਾ ਹੈ ਨਾਮ ਜਪਣਾ ਹੈ, ਧਰਮ ਦੀ ਕਿਰਤ ਕਰਕੇ ਦਾਨ ਕਰਨਾ, ਵੰਡ ਕੇ ਛਕਣਾ। ਇਹ ਪੱਕਿਆਂ ਕੀਤਾ ਸਭ ਨੂੰ। ਸਿੱਖੀ ਮਗ ਤਿਸ ਦੇਸ਼ ਚਲਾਇਓ। ਜਿਹੜਾ ਸਿੱਖੀ ਦਾ ਰਸਤਾ ਹੈ, ਭਾਵ ਭਗਤੀ ਦਾ ਰਸਤਾ, ਇਸ ਕਸ਼ਮੀਰ ਦੇਸ਼ ਵਿੱਚ ਚਲਾਇਆ। ਮਹਿਮਾਪੁਰ ਮਹਿਬਦੀ ਅਪਾਰਾ। ਐਵੇਂ ਕਸ਼ਮੀਰਪੁਰੀ ਵਿੱਚ ਸਤਿਗੁਰੂ ਜੀ ਦੀ ਬੇਅੰਤੀ ਮਹਿਮਾ ਵਧੀ ਹੈ। ਲਿਖ ਹੈ ਸ਼ਬਦ ਗੁਰ ਕਰ ਹੈ ਉਚਾਰਾ। ਗੁਰੂ ਸਾਹਿਬ ਜੀ ਸ਼ਬਦ ਉਚਾਰਨਾ ਕਰਦੇ ਹੈ। ਇੱਕ ਸਾਰੇ ਜਿਹੜੇ ਸਿੱਖ ਬਣੇ ਹੋਏ ਸ਼ਬਦ ਲਿਖਣਾ ਕਰਦੇ ਹੈ। ਪੜ੍ਹੈ ਪ੍ਰੀਤ ਸੋ ਕੀਰਤ ਕਰਹਿ। ਬੜੀ ਪ੍ਰੀਤੀ ਨਾਲ ਹੀ ਸ਼ਬਦਾਂ ਨੂੰ ਪੜ੍ਹਦੇ ਹੈ। ਵਾਹਿਗੁਰੂ ਦੀ ਕੀਰਤੀ ਸਿਫਤ ਸਲਾਹ ਕਰਦੇ ਹੈ, ਗੁਰੂ ਜੀ ਦਾ ਜਸ ਕਰਦੇ ਹੈ। ਸ੍ਰੀ ਨਾਨਕ ਮਹਿ ਸਰਦਾ ਧਰਹਿ। ਗੁਰੂ ਨਾਨਕ ਸਾਹਿਬ ਜੀ ਵਿੱਚ ਬਹੁਤ ਤਗੜੀ ਸ਼ਰਧਾ ਰੱਖ ਰਹੇ ਹੈ, ਧਰਦੇ ਹੈ। ਵੱਡੀ ਸ਼ਰਧਾ ਲੈ ਕੇ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੰਸਾਰ ਦੇ ਭਲੇ ਵਾਸਤੇ, ਜਿੱਥੇ ਕੋਈ ਵਿਚਾਰੇ ਭੁੱਲੇ ਭਟਕੇ ਲੋਕ ਸਨ, ਉਹਨਾਂ ਨੂੰ ਨਾਮ ਦਾਨ ਦਿੱਤਾ। ਜਿੱਥੇ ਕੋਈ ਅੰਨ ਨਹੀਂ ਸੀ ਹੋ ਰਿਹਾ, ਅੱਗ ਨਹੀਂ ਸੀ, ਉੱਥੇ ਉਹ ਦਾਤਾਂ ਦੇ ਕਰਕੇ ਸਭ ਨੂੰ ਕਿਰਤਾਰਥ ਨਿਹਾਲ ਮਹਾਰਾਜ ਜੀ ਕਰ ਰਹੇ ਹੈ। ਉਹ ਪ੍ਰਸੰਗ ਆਪਾਂ ਲੜੀਵਾਰ ਰੂਪ ਵਿੱਚ ਸੁਣਾ ਰਹੇ ਹਾਂ, ਰਲ ਮਿਲ ਕੇ ਪੜ੍ਹ ਸੁਣ ਰਹੇ ਹਾਂ। ਗੁਰੂ ਸਾਹਿਬ ਜੀ ਦੀ ਕਥਾ ਵਿਚਾਰ ਕਰਦੇ ਸਮੇਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਆਪ ਗੁਰੂ ਦੀਆਂ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਨਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਇੱਥੇ ਹੀ ਸਮਾਪਤੀ ਹੈ। ਮਹਿਮਾਪੁਰ ਮਹਿਬਦੀ ਅਪਾਰਾ। ਲਿਖ ਹੈ ਸ਼ਬਦ ਗੁਰ ਕਰ ਹੈ ਉਚਾਰਾ। ਪੜ੍ਹੈ ਪ੍ਰੀਤ ਸੋ ਕੀਰਤ ਕਰਹਿ। ਸ੍ਰੀ ਨਾਨਕ ਮਹਿ ਸਰਦਾ ਧਰਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ